ਸਤਿ ਸ਼੍ਰੀ ਅਕਾਲ ਜੀ। ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਦੀਪਕ ਜੀ ਆਪਾਂ ਕਾਫੀ ਲੰਬੇ ਟਾਈਮ ਤੋਂ ਹੋਰ ਗਾਹੇ ਬਗਾਹੇ ਖਬਰਾਂ ਦੇ ਵਿੱਚ ਕਾਫੀ ਸਮੇਂ ਤੋਂ ਡਰੱਗ ਦਾ ਜਿਹੜਾ ਮੁੱਦਾ ਆ, ਡਰੱਗ ਦਾ ਮਾਮਲਾ ਆ, ਉਹਦੇ ਤੇ ਪੋਲਿਟਿਕਸ ਸੁਣਦੇ ਆਏ ਆ, ਉਹਦੇ ਤੇ ਖਬਰਾਂ ਹੁੰਦੀਆਂ ਆਈਆਂ, ਬਹੁਤ ਕੁਝ ਹੁੰਦਾ ਆ ਤੇ ਉਹਦੀਆਂ ਰਿਪੋਰਟਾਂ ਵੀ ਆਉਂਦੀਆਂ ਰਹੀਆਂ ਆ। ਤੇ ਹੁਣ ਇਹ ਗੱਲ ਨਿਕਲ ਕੇ ਬਾਹਰ ਆ ਰਹੀ ਆ ਵੀ ਜਿਹੜੇ ਡਰੱਗਸ ਦੀ ਰਿਪੋਰਟ ਦੇ 3 ਲਿਫਾਫੇ ਤਾਂ ਖੁੱਲ ਗਏ ਆ, ਪਰ ਚੌਥਾ ਹਜੇ ਬੰਦ ਆ। ਉਹਦੇ ਕੀ ਕਾਰਨ ਹੈ? ਦੇਖੋ, ਬਿਲਕੁਲ ਜੀ, ਇਹ 'ਚ ਕੋਈ ਦੋ ਰਾਏ ਨਹੀਂ ਗੀ ਕਿ ਕੱਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਖੁਦ ਟਵੀਟ ਕੀਤਾ ਕਿ ਹਾਂ ਜੀ, ਮੇਰੇ ਕੋਲ ਜਿਹੜੇ ਉਹ ਜਾਂਚ ਰਿਪੋਰਟ ਖੋਲੀ ਗਈ ਹੈ ਕੋਰਟ ਵੱਲੋਂ, ਹੈ ਨਾ, ਉਹਦੇ ਲਿਫਾਫੇ ਮੇਰੇ ਕੋਲ ਰਿਪੋਰਟ ਪਹੁੰਚ ਗਈ ਹੈ। ਬੇਸ਼ੱਕ ਉਹਨਾਂ ਨੇ ਨਾਮ ਤਾਂ ਨਹੀਂ ਉਹਦੇ ਵਿੱਚ ਜਨਤਕ ਕੀਤੇ, ਪਰ ਉਹਨਾਂ ਨੇ ਇਹ ਕਿਹਾ ਕਿ ਹਾਂ, ਉਹਨੂੰ ਬਖਸ਼ੇ ਨਹੀਂ ਜਾਣਗੇ, ਉਹਨਾਂ ਤੇ ਕਾਰਵਾਈ ਹੋਏਗੀ ਤੇ ਡਰੱਗ ਐਕਟ 'ਚ ਫਸੀ ਪੁਲਿਸ ਅਫਸਰਾਂ ਤੇ ਅਸੀਂ ਐਕਸ਼ਨ ਕਰਾਂਗੇ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੇ ਉਹਨਾਂ ਨੇ ਇਹ ਵੀ ਕਿਹਾ ਉਹਦੇ ਵਿੱਚ ਕਿ ਅਕਾਲੀ ਦਲ ਔਰ ਭਾਜਪਾ ਤੇ ਉਸ ਸਮੇਂ ਦੌਰਾਨ ਅਫਸਰਸ਼ਾਹੀ ਤੇ ਉਹ ਪਾਰਟੀਆਂ, ਉਹਨਾਂ ਦੇ ਲੀਡਰ, ਉਹਨਾਂ ਨੇ ਮਿਲ ਕੇ ਜੋ ਪੰਜਾਬ ਦਾ ਘਾਣ ਕੀਤਾ, ਹੁਣ ਅਸੀਂ ਬਖਸ਼ਾਂਗੇ ਨਹੀਂ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ 'ਚ ਡਰੱਗ ਐਕਟ 'ਚ ਫਸੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਜਿਹੜੀ ਜਾਂਚ ਰਿਪੋਰਟ ਸੀਗੀਆਂ, ਜਿਹੜੀਆਂ 2018 'ਚ ਸੌਂਪੀਆਂ ਗਈਆਂ ਸੀ, ਉਹਦੇ ਲਿਫਾਫੇ ਖੁੱਲੇ ਤੇ ਉਹ ਖੁੱਲਣ ਤੋਂ ਬਾਅਦ ਉਹਦੀ ਰਿਪੋਰਟ ਜੋ ਉਹ ਮੁੱਖ ਮੰਤਰੀ ਤੱਕ ਹੁਣ ਉਹ ਪਹੁੰਚ ਗਈ ਹੈ, ਉਹਨਾਂ ਨੂੰ ਦੱਸ ਦਿੱਤੀ ਗਈ ਹੈ, ਉਹਦਾ ਹਵਾਲਾ ਦੇ ਦਿੱਤਾ ਗਿਆ, ਉਹਨਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਹੈ ਤੇ ਉਹ 'ਚ ਕਈ ਨਾਮ ਕਹਿੰਦੇ ਉਜਾਗਰ ਹੋ ਰਹੇ ਨੇ। ਪਰ ਜਿਹੜਾ ਸਵਾਲ ਤੁਹਾਡਾ ਹੈ ਉਹ ਬਿਲਕੁਲ ਦਰੁਸਤ ਹੈ ਜੀ, ਕਿ ਅਸਲ ਦੇ ਵਿੱਚ ਜਿਹੜੀ ਇਹ ਰਿਪੋਰਟਾਂ ਦੇ ਲਿਫਾਫੇ ਖੁੱਲੇ ਨੇ, ਇਹ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ਦੇ ਉੱਤੇ ਹੀ ਜਿਹੜੀ ਟੀਮ ਬਣਾਈਆਂ ਗਈਆਂ ਸੀ, ਕਮੇਟੀਆਂ ਬਣਾਈਆਂ ਗਈਆਂ ਸੀ, ਉਹਨਾਂ ਦੇ ਵੱਲੋਂ ਕੀਤੀ ਗਈ ਜਾਂਚ ਦੇ ਰਿਪੋਰਟ ਦੇ ਆਧਾਰ ਦੇ ਤੇ ਹੀ ਉਹ ਲਿਫਾਫੇ ਸੀਗੇ ਜਿਹੜੇ ਹੁਣ ਖੁੱਲੇ ਨੇ। ਇਹਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਬਕਾਇਦਾ ਤੌਰ ਤੇ ਉੱਤੇ 2017 15 ਦਸੰਬਰ 2017 ਨੂੰ 3 ਮੈਂਬਰੀ SIT ਬਣਾਈ ਗਈ ਸੀ। ਉਹ 3 ਮੈਂਬਰੀ SIT ਦੇ ਵਿੱਚ ਸਿਧਾਰਥ ਚਟੋਪਾਧਿਆਏ, ਹੈ ਨਾ, ਇਸੇ ਤਰ੍ਹਾਂ ADGP ਕਮ ਡਾਇਰੈਕਟਰ ਬਿਊਰੋ, ਹੈ ਨਾ, ਇਨਵੈਸਟੀਗੇਸ਼ਨ ਪ੍ਰਮੋਦ ਕੁਮਾਰ, ਤੇ ਅੱਜ ਕੱਲ ਆਮ ਆਦਮੀ ਪਾਰਟੀ ਦੇ MLA ਨੇ ਤੇ ਕੁਵਰ ਵਿਜੇ ਪ੍ਰਤਾਪ, ਉਹ ਸ਼ਾਮਲ ਸੀਗੇ। ਇਹਨਾਂ ਤਿੰਨਾਂ ਨੇ ਆਪਣੀ ਆਪਣੀ ਰਿਪੋਰਟ ਤਿਆਰ ਕੀਤੀ ਤੇ ਆਪਣੀ ਆਪਣੀ SIT ਵੱਲੋਂ ਰਿਪੋਰਟਾਂ ਤਿਆਰ ਕਰਕੇ ਉਹ ਹਾਈ ਕੋਰਟ ਨੂੰ ਸੌਂਪੀਆਂ ਵੱਖੋ ਵੱਖ, ਜਿਹਦੇ ਵਿੱਚ ਇੱਕ ਰਿਪੋਰਟ 1 ਫਰਵਰੀ 2018 ਨੂੰ ਸੌਂਪੀ ਗਈ, ਦੂਜੀ ਰਿਪੋਰਟ 15 ਮਾਰਚ 2018 ਨੂੰ ਸੌਂਪੀ ਗਈ, ਤੀਜੀ ਰਿਪੋਰਟ 8 ਮਈ 2018 ਨੂੰ ਸੌਂਪੀ ਗਈ। ਸੋ ਫਰਵਰੀ ਮਹੀਨੇ ਦੇ ਵਿੱਚ, ਮਾਰਚ ਮਹੀਨੇ ਦੇ ਵਿੱਚ ਤੇ ਫਿਰ ਮਈ ਮਹੀਨੇ ਦੇ ਵਿੱਚ, ਸੋ ਇਹ 3 ਰਿਪੋਰਟਾਂ ਸੌਂਪੀਆਂ ਗਈਆਂ, ਪਰ ਇੱਕ ਰਿਪੋਰਟ ਚੌਥੀ ਸੌਂਪੀ ਗਈ ਜੀ, ਜਿਹੜੀ ਸਿਧਾਰਥ ਚਟੋਪਾਧਿਆਏ ਵੱਲੋਂ ਖੁਦ, ਮਤਲਬ ਕੱਲਿਆਂ ਆਪਣਿਆਂ ਵੱਲੋਂ ਨਿੱਜੀ ਦਸਖਤਾਂ ਦੇ ਨਾਲ ਸਿੱਧੀ ਹਾਈ ਕੋਰਟ ਨੂੰ ਇੱਕ ਰਿਪੋਰਟ ਸੌਂਪੀ ਗਈ ਸੀ, ਉਹ ਚੌਥੀ ਰਿਪੋਰਟ ਸੀ। ਸੋ ਜਿਹੜੀਆਂ ਤਾਂ SIT ਵੱਲੋਂ ਸਾਂਝੇ ਤੌਰ ਤੇ 3 ਰਿਪੋਰਟਾਂ, 1 ਫਰਵਰੀ ਵਾਲੀ ਵੀ, 15 ਮਾਰਚ ਵਾਲੀ ਵੀ ਔਰ 8 ਮਈ ਵਾਲੀ ਵੀ 2018 ਦੀਆਂ, ਉਹ ਤਿੰਨੇ ਤਾਂ ਖੋਲੀਆਂ, ਉਹਨਾਂ ਤਿੰਨਾਂ ਦੇ ਹਵਾਲੇ ਨਾਲ ਮੁੱਖ ਮੰਤਰੀ ਤੱਕ ਉਹ ਪਹੁੰਚਦੀਆਂ ਹੋ ਗਈਆਂ। ਪਰ ਜਿਹੜੀ ਚੌਥੀ ਉਹਨਾਂ ਨੇ ਇਕੱਲਿਆਂ ਆਪਣੇ ਵੱਲੋਂ ਆਪਣੇ ਦਸਖਤ ਕਰਕੇ ਦਿੱਤੀ ਸੀ, ਉਹ ਲਿਫਾਫਾ ਨਹੀਂ ਖੋਲਿਆ, ਉਹ ਵਿਚਾਰਾਧੀਨ ਹੈ। ਇਸ ਲਈ ਉਹ, ਕਿਉਂਕਿ ਉਹ ਕੱਲਿਆਂ ਦੀ ਰਾਏ ਹੈ, ਦੂਸਰੀ ਸਾਂਝੀ ਰਾਏ ਹੈ, ਸੋ ਇਸ ਲਈ ਉਹ ਉਸ ਦੇ ਉੱਤੇ ਅਜੇ ਚਰਚਾ ਹੋਣੀ ਹੈ ਜਾਂ ਉਹਦੇ ਪਰ ਫੈਸਲਾ ਹੋਣਾ। ਪਰ ਆਹ 3 ਲਿਫਾਫੇ ਖੁੱਲਣ ਨਾਲੇ ਕੱਲ ਦੇ ਪੰਜਾਬ ਦੀ ਅਫਸਰਸ਼ਾਹੀ 'ਚ, ਚਾਹੇ ਉਹ ਪੁਲਿਸ ਦੀ ਹੈ, ਚਾਹੇ ਉਹ ਪ੍ਰਸ਼ਾਸਨ ਦੀ ਹੈ, ਚਾਹੇ ਉਹ ਲੀਡਰ ਦੇ ਨੇੜੇ ਰਹੇ ਨੇ ਕੁਝ ਅਧਿਕਾਰੀ, ਕੁਝ ਮੁਲਾਜ਼ਮ ਹੈ, ਜਾਂ ਲੀਡਰ ਖੁਦ ਨੇ ਕੁਝ, ਸੋ ਕਾਂਗਰਸੀ ਵੀ, ਅਕਾਲੀ ਵੀ ਤੇ ਕੁਝ ਹੋਰ ਪਾਰਟੀਆਂ ਦੇ ਨੁਮਾਇੰਦੇ ਵੀ, ਕਈ 1-2 ਇੱਧਰ ਆਮ ਵਾਲੇ ਪਾਸੇ ਵੀ ਆਏ ਹੋਏ ਨੇ, ਹੈ ਨਾ, ਜਾਂ ਮਤਲਬ ਕਿ BJP ਵਾਲੇ ਪਾਸੇ ਵੱਡੀ ਗਿਣਤੀ 'ਚ ਗਏ ਨੇ। ਉਹਨਾਂ ਸਾਰਿਆਂ ਦੇ ਵੀ ਕੱਲ ਘਰਾਂ 'ਚ ਚਰਚਾਵਾਂ ਹੋਈਆਂ, ਇੱਕ ਦੂਜੇ ਦੇ ਫੋਨ ਖੜਕਦੇ ਰਹੇ। ਸੋ ਇਹ ਫਿਕਰਮੰਦੀ ਜ਼ਰੂਰ ਵਧੀ ਹੈ ਕਿ ਕੀ ਇਹਦੇ ਨਾਲ ਡਰੱਗ ਰੈਕਟ ਨੂੰ ਹੱਥ ਪਏਗਾ, ਕੀ ਅਜੇ ਤੱਕ ਜਿਹੜੀ ਡਰੱਗ ਦੀ ਸਪਲਾਈ ਨਹੀਂ ਟੁੱਟ ਪਾ ਰਹੀ ਉਹਨੂੰ ਹੁਣ ਨੱਥ ਪਏਗੀ, ਕਿ ਸੱਚਮੁੱਚ ਡਰੱਗ ਦੇ ਕਾਰਨ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ, ਪੰਜਾਬ ਦੀ ਜਵਾਨੀ ਦੀਆਂ ਨਸਾਂ 'ਚ ਜ਼ਹਿਰ ਤਾਰਨ ਵਾਲੇ ਲੋਕ ਸਲਾਖਾਂ ਪਿੱਛੇ ਹੋਣਗੇ। ਸੋ ਇਹਦੀ ਚਰਚਾ ਇੱਕ ਵਾਰ ਫਿਰ ਤੁਰੀ ਹੈ, ਤੇ ਇਹ ਵੀ ਚਰਚਾ ਤੁਰੀ ਹੈ ਕਿ ਕਿਤੇ ਇਹਦਾ ਕੋਈ ਰਾਜਨੀਤਿਕ ਲਾਹਾ ਲੈਣ ਦੀ ਕੋਸ਼ਿਸ਼ ਤਾਂ ਨਹੀਂ, ਜਲੰਧਰ ਜਿਮਨੀ ਚੋਣ ਮੂਹਰੇ ਖੜੀ ਹੈ, ਕਿ ਸਿਰਫ ਉਹਨੂੰ ਦਿਖਾਉਣ ਦੇ ਲਈ ਤਾਂ ਨਹੀਂ, ਜਾਂ ਸੱਚਮੁੱਚ ਸਰਕਾਰ ਕੁਝ ਕਰ ਗੁਜ਼ਰੇਗੀ, ਇਹਦੇ ਵਿੱਚ ਭਗਵੰਤ ਮਾਨ ਹੋਰੀ ਕੁਝ ਕਰ ਗੁਜ਼ਰਨਗੇ। ਸੋ ਇਹ ਦੇਖਣ ਵਾਲੀ ਗੱਲ ਹੋਏਗੀ। ਜਿੱਥੇ ਡਰੱਗ ਦਾ ਲੈ ਕੇ 3 ਲਿਫਾਫੇ ਚਰਚਾ 'ਚ ਨੇ ਤੇ ਚੌਥਾ ਲਿਫਾਫਾ ਨਾ ਖੁੱਲ੍ਹਣ ਨੂੰ ਲੈ ਕੇ ਕੋਰਟ ਨੇ ਸਪਸ਼ਟ ਕਿਹਾ ਕਿ ਉਹ ਵਿਚਾਰਧੀਨ ਹੈ, ਉਹ ਲਿਫਾਫਾ ਜੇਕਰ ਫੈਸਲਾ ਹੋਇਆ ਤਾਂ ਖੋਲ੍ਹਿਆ ਜਾਏਗਾ, ਨਹੀਂ ਮਤਲਬ ਕਿ ਉਹਦੇ ਪਰ ਵੱਖਰੀ ਜੋ ਵੀ ਰਾਏ ਆਏਗੀ ਉਹਦੇ ਅਨੁਸਾਰ ਅੱਗੇ ਵਧਿਆ ਜਾਏਗਾ। ਪਰ ਕੱਲਾ ਡਰੱਗ ਦਾ ਮਤਲਬ, ਚਿੱਟੇ ਦਾ ਮਤਲਬ ਹੀ ਨਹੀਂ, ਇੱਥੇ ਸ਼ਰਾਬ ਵਾਲੇ ਮਸਲੇ ਦੇ ਉੱਤੇ ਵੀ ਕੱਲ ਮੈਂ ਦੇਖ ਰਿਹਾ ਸੀ ਕਿ ਕੋਰਟ ਦਾ ਸਖਤੀ ਭਰਿਆ ਫੈਸਲਾ ਇੱਕ ਸਾਹਮਣੇ ਆਉਂਦਾ, ਸੁਪਰੀਮ ਕੋਰਟ ਦਾ। ਇਸ ਮਾਮਲੇ ਸੁਪਰੀਮ ਕੋਰਟ ਦਾ ਫੈਸਲਾ, ਸੁਪਰੀਮ ਕੋਰਟ ਨੇ ਕਿਹਾ ਕਿ ਪੰਜਾਬ 'ਚ ਜਿਹੜੀ ਗੈਰ ਕਾਨੂੰਨੀ ਸ਼ਰਾਬ ਦੀਆਂ ਭੱਠੀਆਂ ਚੱਲਦੀਆਂ ਨੇ, ਉਹਦੇ ਲਈ ਉੱਥੇ ਦੀ ਸਥਾਨਕ ਪੁਲਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਮੈਂ ਲੰਮੇ ਸਮੇਂ ਤੋਂ ਇਸ ਗੱਲ ਦੀ ਚਰਚਾ ਕਰਦਾ ਆ ਰਿਹਾ ਕਿ ਚਾਹੇ ਉਹ ਚਿੱਟਾ ਹੈ,
ਚਾਹੇ ਉਹ ਕਿਸੇ ਹੋਰ ਤਰ੍ਹਾਂ ਦਾ ਸਿੰਥੈਟਿਕ ਨਸ਼ਾ ਹੈ, ਚਾਹੇ ਉਹ ਗੈਰ ਕਾਨੂੰਨੀ ਸ਼ਰਾਬ ਹੈ, ਚਾਹੇ ਕੋਈ ਗੈਰ ਕਾਨੂੰਨੀ ਧੰਦਾ ਹੈ, ਜਿਹੜੇ ਵੀ ਪਿੰਡ ਦੇ ਵਿੱਚ ਕੁਝ ਅਜਿਹਾ ਹੁੰਦਾ ਹੈ ਉਹ ਸਰਪੰਚ ਦੀ ਨਜ਼ਰ ਤੋਂ ਓਹਲੇ ਹੋ ਕੇ ਨਹੀਂ ਹੋ ਸਕਦਾ। ਜਿਹੜੇ ਵੀ ਥਾਣੇ ਦੀ ਹੱਦ ਚੋਂ ਹੁੰਦਾ ਹੈ ਉਹ ਐਸਐਚਓ ਦੀ ਬਿਨਾਂ ਪਤਾ ਲੱਗਿਆ ਨਹੀਂ ਹੋ ਸਕਦਾ। ਜਿਹੜੇ ਵੀ ਡੀਐਸਪੀ ਦੇ ਦਾਇਰੇ ਚ ਆਉਂਦਾ ਹੈ ਜਾਂ ਜਿਹੜੇ ਵੀ ਐਸਐਸਪੀ ਦੇ ਜ਼ਿਲ੍ਹੇ ਚ ਹੁੰਦਾ, ਇਹ ਹੋ ਨਹੀਂ ਸਕਦਾ ਕਿ ਪੁਲਿਸ ਨੂੰ ਇੰਨਾ ਵੀ ਨਾ ਪਤਾ ਹੋਵੇ ਕਿ ਮੇਰੇ ਇਲਾਕੇ ਚ ਕੌਣ ਕਿਹੜੇ ਧੰਦੇ ਕਰਦਾ। ਇਸੇ ਤਰ੍ਹਾਂ ਐਮਐਲਏ ਦੀ ਜ਼ਿੰਮੇਵਾਰੀ ਬਣਦੀ ਹੈ। ਸੋ ਇਸ ਲਈ ਜੇਕਰ ਸਰਪੰਚ ਦੀ, ਥਾਣੇਦਾਰ ਦੀ, ਡੀਐਸਪੀ ਦੀ, ਐਸਐਸਪੀ ਦੀ ਤੇ ਐਮਐਲਏ ਦੀ ਜ਼ਿੰਮੇਵਾਰੀ ਤੈਅ ਕਰ ਦਿੱਤੀ ਜਾਵੇ ਕਿ ਭਾਈ ਤੁਹਾਡੇ ਉੱਤੇ ਕਾਰਵਾਈ, ਤੁਹਾਡੀ ਨੌਕਰੀ ਲਾਂਭੇ। ਜੇਕਰ ਤੁਹਾਡੇ ਇਲਾਕੇ 'ਚ ਨਸ਼ਾ ਵਿਕਦਾ ਹੈ, ਚਿੱਟਾ ਵਿਕਦਾ ਹੈ, ਗੈਰ ਕਾਨੂੰਨੀ ਧੰਦੇ ਹੁੰਦੇ ਨੇ, ਫਿਰ ਤੁਸੀਂ ਜ਼ਿੰਮੇਵਾਰ ਹੋਵੋਗੇ। ਸੋ ਜੇਕਰ ਉਹਨਾਂ ਨੂੰ ਕਟਹਿਰੇ 'ਚ ਖੜਾ ਕਰ ਲਿਆ ਜਾਵੇ, ਇਸੇ ਤਰ੍ਹਾਂ ਐਮਐਲਏਆਂ ਦੇ ਉੱਤੇ, ਚੁਣੇ ਹੋਏ ਨੁਮਾਇੰਦਿਆਂ ਦੇ ਉੱਤੇ ਸਵਾਲ ਆ ਜਾਵੇ ਕਿ ਮੁੜ ਕੇ ਤੁਸੀਂ, ਤੁਹਾਡਾ ਟੱਬਰ, ਤੁਹਾਡਾ ਕੋਈ ਰਿਸ਼ਤੇਦਾਰ ਮੁੜ ਕੇ ਚੋਣ ਨਹੀਂ ਲੜ ਸਕਦੇ ਜੇਕਰ ਇਹ ਧੰਦਿਆਂ 'ਚ ਤੁਹਾਡੇ ਇਲਾਕੇ 'ਚ ਹੁੰਦੇ ਰਹੇ। ਉਹਦੇ ਪਰ ਰੋਕ ਲਾਉਣ ਲਈ ਤੁਸੀਂ ਕੀ ਕਰ ਰਹੇ ਹੋ, ਇਹ ਦੇਖਣਾ ਹੋਵੇਗਾ। ਸੋ ਉਹੇ ਜਿਹੀ ਗੱਲ ਮੈਨੂੰ ਕੱਲ ਲੱਗੀ ਕਿ ਜਿਵੇਂ ਸੁਪਰੀਮ ਕੋਰਟ ਨੇ ਸਾਡੀ ਆਵਾਜ਼ ਸੁਣ ਲਈ ਹੋਵੇ, ਸਾਡੀ ਚਰਚਾ ਸੁਣ ਲਈ ਹੋਵੇ, ਸਾਡੇ ਵੱਲੋਂ ਖੜੇ ਕੀਤੇ ਜਾ ਰਹੇ ਸਵਾਲ ਸੁਣੇ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਪੰਜਾਬ 'ਚ ਜੇਕਰ ਗੈਰ ਕਾਨੂੰਨੀ ਸ਼ਰਾਬ ਦੀਆਂ ਭੱਠੀਆਂ ਚੱਲਦੀਆਂ, ਗੈਰ ਕਾਨੂੰਨੀ ਸ਼ਰਾਬ ਦਾ ਧੰਦਾ ਚੱਲਦਾ, ਤਾਂ ਉਸ ਇਲਾਕੇ ਦੀ ਪੁਲਿਸ ਜ਼ਿੰਮੇਵਾਰ ਹੋਏਗੀ, ਉੱਥੇ ਦੇ ਪੁਲਿਸ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਓ। ਇਹ ਬਕਾਇਦਾ ਸੁਪਰੀਮ ਕੋਰਟ ਨੇ ਕੱਲ ਇੱਕ ਤਰ੍ਹਾਂ ਨਾਲ ਹਦਾਇਤ ਦਿੱਤੀ ਹੈ ਤੇ ਇਸ ਦੇ ਉੱਤੇ ਬਕਾਇਦਾ ਇਹ ਪੰਜਾਬ ਨੂੰ ਆਈ ਹੈ। ਨਾਲ ਖਾਸ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਦਾ ਕਹਿੰਦੇ ਪੈਦਾਵਾਰ ਵੀ ਹੁੰਦੀ ਹੈ, ਭੱਠੀਆਂ ਵੀ ਚੱਲਦੀਆਂ। ਇਹ ਸੁਪਰੀਮ ਕੋਰਟ ਕਹਿੰਦੀ ਪੰਜਾਬ ਸਰਕਾਰ ਨੂੰ ਅਸੀਂ ਨਿਰਦੇਸ਼ ਦਿੰਦੇ ਹਾਂ, ਜਸਟਿਸ HR ਸ਼ਾਹ ਤੇ ਜਸਟਿਸ ਸਿਟੀ ਰਵੀ ਕੁਮਾਰ ਪੀਠ, ਉਹਨਾਂ ਦੀ ਜਿਹੜੀ ਉਹ ਹੈ, ਉਹਨਾਂ ਵੱਲੋਂ ਇਹ ਬਕਾਇਦਾ ਹਦਾਇਤ ਜਾਰੀ ਕੀਤੀ ਗਈ ਹੈ ਕਿ ਹਾਂਜੀ ਜਿਹੜੇ ਵੀ ਇਲਾਕੇ 'ਚ ਕੰਮ ਹੋਏਗਾ ਉਸ ਇਲਾਕੇ ਨਾਲ ਸੰਬੰਧਿਤ ਥਾਣੇਦਾਰ, ਉਸ ਇਲਾਕੇ ਨਾਲ ਸੰਬੰਧਿਤ ਪੁਲਿਸ ਅਧਿਕਾਰੀ, ਮੁਲਾਜ਼ਮ ਇਹਦੇ ਲਈ ਜ਼ਿੰਮੇਵਾਰ ਹੋਵੇਗਾ। ਸੋ ਇਹੀ ਜਿਹੀ ਜ਼ਿੰਮੇਵਾਰੀ ਚਿੱਟੇ ਲਈ, ਸਿੰਥੈਟਿਕ ਨਸ਼ੇ ਲਈ ਜਾਂ ਹੋਰ ਤਰ੍ਹਾਂ ਦੇ ਗੈਰ ਕਾਨੂੰਨੀ ਧੰਦਿਆਂ ਲਈ ਤੈਅ ਕਰਨੀ ਪਏਗੀ। ਮੈਨੂੰ ਲੱਗਦਾ ਫੇਰ ਨੱਥ ਪਏਗੀ। ਸੋ ਇਸ ਲਈ ਇਹ 3 ਲਿਫਾਫੇ ਤਾਂ ਖੁੱਲ ਗਏ ਜੀ, ਚੌਥਾ ਖੁੱਲੇਗਾ ਜਾਂ ਨਹੀਂ ਖੁੱਲੇਗਾ ਇਹਦਾ ਜੇ ਫੈਸਲਾ ਹੋਣਾ, ਪਰ ਸਵਾਲ ਲਿਫਾਫੇ ਖੁੱਲਣ ਦਾ ਨਹੀਂ, ਸਵਾਲ ਅਫਸਰਾਂ ਤੇ ਕਾਰਵਾਈ ਦਾ, ਸਵਾਲ ਇਸ ਮਾਮਲੇ 'ਚ ਸ਼ਾਮਲ ਲੀਡਰਾਂ ਦੇ ਉੱਤੇ ਕਾਰਵਾਈ ਦਾ, ਸਵਾਲ ਅਸਲ ਦੋਸ਼ੀਆਂ ਨੂੰ ਕਟਹਿਰੇ 'ਚ ਲਿਆਉਣ ਦਾ, ਤੇ ਉਹ ਤੋਂ ਵੀ ਵੱਡਾ ਸਵਾਲ ਕਿ ਨਸ਼ੇ ਦੀ ਸਪਲਾਈ ਕਿਵੇਂ ਟੁੱਟੇਗੀ, ਉਹ ਚੇਨ ਕਿਵੇਂ ਟੁੱਟੇਗੀ, ਪੰਜਾਬ ਨੂੰ ਨਸ਼ੇ ਤੋਂ ਬਚਾਇਆ ਕਿਵੇਂ ਜਾਏਗਾ, ਪੰਜਾਬ ਦੀ ਜਵਾਨੀ ਨੂੰ, ਉਸ ਨਸ਼ੇ ਦੀ ਆਮਦ ਨੂੰ ਰੋਕਣ ਦੇ ਲਈ ਕੇਂਦਰੀ ਏਜੰਸੀਆਂ, ਪੰਜਾਬ ਪੁਲਿਸ ਪ੍ਰਸ਼ਾਸਨ ਕੀ ਭੂਮਿਕਾ ਨਿਭਾਉਂਦਾ, ਉਹ ਇਮਾਨਦਾਰੀ ਆਉਂਦੀ ਹੈ ਕਿ ਨਹੀਂ, ਇਹ ਸਭ ਤੋਂ ਬੜੀ ਦੇਖਣ ਵਾਲੀ ਗੱਲ ਹੋਏਗੀ। ਬਿਲਕੁਲ ਜੀ, ਇਹ ਤਾਂ ਬਹੁਤ ਵੱਡਾ ਰੈਕਡ ਆ। ਕਈ ਵਾਰੀ ਇਸ ਦੇਸ਼ ਦੇ ਜੱਜ ਵੀ ਆ ਨਾ, ਉਹ ਵੀ ਲਿਫਾਫੇ ਖੋਲਣ ਤੋਂ ਕਿਨਾਰਾ ਕਰ ਦਿੰਦੇ ਆ, ਆਪਣੇ ਆਪ ਨੂੰ ਬਿਲਕੁਲ ਵੱਖ ਕਰ ਲੈਂਦੇ ਆ। ਕੀ ਆਸ ਕੀਤੀ ਜਾ ਸਕਦੀ ਹੈ। ਤੇ ਹੁਣ ਅਗਲੀ ਗੱਲ ਕਰਦੇ ਆ ਬਿਜਲੀ ਦੇ ਬਿੱਲਾਂ ਦੀ। ਦੇਖੋ ਕਿਤੇ ਤਾਂ ਫ੍ਰੀ ਵਾਲਾ ਆ, ਉਹ ਲੋਲੀਪੌਪ ਵੀ ਦਿੱਤੇ ਜਾਂਦੇ ਆ, ਤਾਂ ਹੁਣ ਕਹਿੰਦੇ ਆ ਵੀ ਜਿਹੜਾ ਇਸ ਮਹੀਨੇ ਹੋਊਗਾ ਵਾਧੇ ਵਾਲੇ ਝਟਕੇ ਵੀ ਮਿਲਣਗੇ। ਇਹ ਦੇਖੋ, ਇੱਕ ਨਾ ਬਿਜਲੀ ਇੱਕ ਬੜਾ ਕਮਾਲ ਦਾ ਸਿਸਟਮ ਹੈ ਕਿ ਸਾਡੇ ਬਿੱਲ ਦੇ ਵਿੱਚ ਕੋਲਾ ਮਹਿੰਗਾ ਹੋ ਜਾਵੇ ਤਾਂ ਉਹਦਾ ਖਰਚਾ ਜੁੜਦਾ ਹੈ। ਸਪਲਾਈ ਦੇ ਲਈ ਤੁਹਾਨੂੰ ਬਿਜਲੀ ਦਾ ਜੋ ਖਰਚੇ ਆਉਂਦੇ ਨੇ, ਉਹ ਖਰਚੇ ਤੁਹਾਡੇ ਬਿੱਲਾਂ 'ਚ ਐਡ ਹੁੰਦੇ ਨੇ। ਪਰ ਹੁਣ ਕਹਿਣ ਨੂੰ ਘਰਾਂ ਨੂੰ ਬਿਜਲੀ ਮੁਫਤ ਹੈ ਪੰਜਾਬ 'ਚ, ਕੋਈ ਸ਼ੱਕ ਨਹੀਂ, ਜ਼ਿਆਦਾਤਰ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਨੇ। ਪਰ ਦੁਕਾਨਦਾਰ, ਛੋਟਾ ਦੁਕਾਨਦਾਰ ਹੈ, ਬੜਾ ਦੁਕਾਨਦਾਰ ਹੈ, ਉਹਦੇ ਪਰ ਉਹੀ ਕਮਰਸ਼ੀਅਲ ਬਿੱਲ ਲੱਗੇ ਹੋਏ ਨੇ। ਫਿਰ ਉਹ ਤੋਂ ਬਾਅਦ ਇੰਡਸਟਰੀ ਹੈ। ਸੋ ਇਸ ਤਰ੍ਹਾਂ ਮਤਲਬ ਇਹ ਨਹੀਂ ਗਾ ਕਿ ਬਿਜਲੀ ਉਹ ਪੂਰੀ ਮੁਫਤ ਹੋ ਗਈ। ਘਰਾਂ ਨੂੰ ਬਿਜਲੀ ਦੇ ਯੂਨਿਟ ਮਾਫ ਨੇ, ਉਹਦੇ ਵਿੱਚੋਂ ਵੀ ਕਈਆਂ ਦੇ ਬਿੱਲ ਆਉਂਦੇ ਨੇ ਤੇ ਜ਼ਿਆਦਾਤਰ ਦੇ ਹੁਣ ਘਟ ਗਏ ਜਾਂ ਜ਼ੀਰੋ ਹੋ ਗਏ। ਪਰ ਸਵਾਲ ਇੱਥੇ ਨਵਾਂ ਇੱਕ ਹੋਰ ਜਿਹੜਾ ਆਇਆ, ਉਹ ਇਹ ਆਇਆ ਕਿ ਹੁਣ ਤੱਕ ਕੀ ਹੁੰਦਾ ਹੈ ਕਿ ਜਦੋਂ ਵੀ ਮੰਨ ਲਓ ਪਾਵਰਕੌਮ ਹੈ, ਹੁਣ ਪੰਜਾਬ ਦੇ ਵਿੱਚ ਪਾਵਰਕੌਮ ਹੈ, ਔਰ ਪਾਵਰਕੌਮ ਨੂੰ ਲੱਗਿਆ ਕਿ ਕੋਲੇ ਦੇ ਬਿੱਲ, ਕੋਲੇ ਦਾ ਰੇਟ ਵੱਧ ਗਿਆ ਜੀ, ਸਾਡੇ ਥਰਮਲ ਪਲਾਂਟ ਚਲਾਉਣ ਦਾ ਰੇਟ ਵੱਧ ਗਿਆ ਜੀ, ਕੋਲੇ ਦੀ ਢੋਆ ਢਵਾਈ ਵੱਧ ਗਈ, ਤਾਂ ਉਹਨਾਂ ਨੇ ਜਿਹੜੇ ਬਿੱਲ ਆਉਂਦੇ ਨੇ, ਬਿੱਲ ਦੇ ਵਿੱਚ ਜਿਹੜੇ ਖਰਚੇ ਹੁੰਦੇ ਨੇ ਪ੍ਰਤੀ ਯੂਨਿਟ ਤੋਂ ਇਲਾਵਾ ਜਿਹੜੇ ਖਰਚੇ ਐਡ ਹੁੰਦੇ ਨੇ, ਉਹਨਾਂ 'ਚ ਵਾਧਾ ਕਰਨਾ ਹੁੰਦਾ। ਔਰ ਉਹ ਤਿਮਾਹੀ ਹੁੰਦਾ ਕਿ 3 ਮਹੀਨੇ ਬਾਅਦ ਉਹਦੀ ਪਰ ਰੈਗੂਲੇਟਰ ਕਮਿਸ਼ਨ ਜਿਹੜਾ ਸਾਡਾ ਹੈਗਾ, ਰੈਗੂਲੇਟਰੀ ਕਮਿਸ਼ਨ, ਉਸ ਦੀ ਮਨਜ਼ੂਰੀ ਦੇ ਨਾਲ ਉਹ 3 ਮਹੀਨਿਆਂ ਬਾਅਦ ਉਹ ਖਰਚੇ ਐਡ ਹੁੰਦੇ ਨੇ। ਲਗਭਗ 3 ਮਹੀਨਿਆਂ ਦਾ ਜੇਕਰ ਵਾਧਾ ਘਾਟਾ ਹੋਣਾ, 3 ਮਹੀਨਿਆਂ ਬਾਅਦ ਹੋਣਾ। ਪਰ ਇੱਕ ਬਿਜਲੀ ਸੋਧ ਬਿੱਲ ਨੂੰ ਲੈ ਕੇ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਸੀ। ਲਗਾਤਾਰ 3 ਖੇਤੀ ਕਾਨੂੰਨਾਂ ਦੇ ਦੌਰਾਨ ਹੀ ਬਿਜਲੀ ਸੋਧ ਬਿੱਲਾਂ ਦਾ ਵਿਰੋਧ ਹੋਇਆ ਤੇ ਉਸ ਸਮੇਂ ਵੀ ਕਿਸਾਨ ਬੋਲੇ, ਬਾਕੀ ਕੋਈ ਵਰਗ ਨਹੀਂ ਚੀਕਿਆ। ਤੇ ਅੱਜ ਉਹਦਾ ਸੱਚ ਸਾਹਮਣੇ ਆ ਗਿਆ। ਜਿਹੜਾ ਇਹ ਨਵਾਂ ਮਤਲਬ ਕਿ ਬਿਜਲੀ ਸੋਧ ਬਿੱਲ 2023 ਇਹਨਾਂ ਨੇ ਲਗਭਗ ਪ੍ਰਵਾਨਗੀ ਦੇਤੀ ਹੈ ਤੇ ਉਹ ਹੁਣ ਸਾਡੇ ਪਾਵਰਕੌਮ ਨੇ ਵੀ ਉਹਦੇ ਤੇ ਮੋਹਰ ਲਾਉਣ ਦੀ ਤਿਆਰੀ ਕਰ ਲਈ ਹੈ, ਸਾਰੇ ਸੂਬਿਆਂ 'ਚੋਂ ਲਾਗੂ ਹੋਣਾ। ਉਹਦੇ ਵਿੱਚ ਇੱਕ ਨਵਾਂ ਫਾਰਮੂਲਾ ਕੱਢਿਆ। ਉਹ ਨਵਾਂ ਫਾਰਮੂਲਾ ਇਹ ਹੈ ਕਿ ਹੁਣ ਕੱਲਾ ਕੋਲਾ ਮਹਿੰਗਾ ਹੋਣ ਨਾਲੇ ਮਸਲਾ ਨਹੀਂ, ਜੇਕਰ ਤੁਸੀਂ ਬਿਜਲੀ ਵੀ ਜੋ ਸੂਬੇ ਨੇ ਮਹਿੰਗੀ ਖਰੀਦੀ ਆ,
ਜਿਵੇਂ ਹੁਣ ਝੋਨੇ ਦਾ ਸੀਜ਼ਨ ਹੁੰਦਾ, ਝੋਨੇ ਦੇ ਸੀਜ਼ਨ ਦੇ ਵਿੱਚ ਸਾਡੇ ਕੋਲ ਆਪਣੀ ਪੈਦਾਵਾਰ ਘੱਟ ਹੈ ਬਿਜਲੀ ਦੀ, ਤਾਂ ਅਸੀਂ ਬਾਹਰਲੇ ਸੂਬਿਆਂ ਤੋਂ, ਹੋਰਨਾਂ ਸੂਬਿਆਂ ਕੋਲ, ਜਿਵੇਂ ਹਿਮਾਚਲ ਵਰਗੇ ਕੋਲ ਰਿਜ਼ਰਵ ਪਈ ਆ, ਤਾਂ ਅਸੀਂ ਉਹ ਤੋਂ ਖਰੀਦਦੇ ਹਾਂ। ਤੇ ਉਹ ਖਰੀਦਣ ਦੇ ਨਾਲ ਅੱਗੇ ਸਿੱਧਾ ਬੋਝ ਨਹੀਂ ਪੈਂਦਾ ਸੀ ਬਿਜਲੀ, ਖਾਸ ਕਰ ਕੋਲੇ ਵਾਲਾ ਤਾਂ 3 ਮਹੀਨੇ ਬਾਅਦ ਐਡ ਵੀ ਹੋ ਜਾਂਦਾ ਸੀ। ਪਰ ਬਿਜਲੀ ਮਹਿੰਗੀ ਖਰੀਦਣ ਦਾ ਇਹ ਨਹੀਂ ਕਿ ਜਦੋਂ ਥੋੜੀ ਯੂਨਿਟ ਮਹਿੰਗੀ ਹੋ ਜਾਣੀ ਹੈ ਜਾਂ ਜਦੋਂ ਤੁਹਾਡਾ ਬਿਜਲੀ ਦਾ, ਕਿਉਂਕਿ ਤੁਹਾਡਾ ਜੋ ਟੈਰਿਫ ਬਣਿਆ, ਜੋ ਸਿਸਟਮ ਬਣਿਆ, ਉਸੇ ਤਹਿਤ ਬਿੱਲ ਆਉਣਾ। ਸੋ 3 ਮਹੀਨੇ ਬਾਅਦ ਮਨਜ਼ੂਰੀ ਲੈ ਕੇ ਰੈਗੂਲੇਟਰ ਕਮਿਸ਼ਨ ਤੋਂ ਫਿਰ ਇਹ ਤੁਸੀਂ ਉਹ ਸ਼ਾਮਲ ਕਰਦੇ ਸੀ। ਪਰ ਹੁਣ ਇਹ ਨਵੇਂ ਬਿਜਲੀ ਸੋਧ ਬਿੱਲ ਦੇ ਹਵਾਲੇ ਨਾਲ ਜਿੱਦਾਂ ਹੀ ਕੋਲਾ ਮਹਿੰਗਾ, ਜਿੱਦਾਂ ਹੀ ਤੁਸੀਂ ਬਾਹਰਲੇ ਸੂਬੇ ਤੋਂ ਬਿਜਲੀ ਮਹਿੰਗੀ ਖਰੀਦੀ, ਅਗਲੇ ਮਹੀਨੇ ਦਾ ਬਿੱਲ ਤੁਹਾਡਾ ਵੱਧ ਕੇ ਆਉਣਾ। ਕੋਈ ਉਹਨਾਂ ਨੂੰ ਯੂਨਿਟ 'ਚ ਬਦਲਾਅ ਕਰਨ ਦੀ ਲੋੜ ਨਹੀਂ, ਸਿਰਫ ਖਰਚਾ ਵਧਾਉਣਾ। ਤੇ ਇਹਦੇ ਲਈ ਰੈਗੂਲੇਟਰੀ ਕਮਿਸ਼ਨ ਤੋਂ ਹੁਣ ਮਨਜ਼ੂਰੀ ਲੈਣ ਦੀ ਵੀ ਲੋੜ ਨਹੀਂ ਕਿ ਪਹਿਲਾਂ ਉਹਦੇ ਕੋਲ ਜਾਓਗੇ, ਮਨਜ਼ੂਰੀ ਲਾਓਗੇ, ਫਿਰ 3 ਮਹੀਨੇ 'ਚ ਇੱਕ ਵਾਰ ਵਧੂਗਾ ਨਾ। ਹਰ ਮਹੀਨੇ, ਜਿਵੇਂ ਪੈਟਰੋਲ ਡੀਜ਼ਲ ਦਾ ਸੀਗਾ ਨਾ ਕਿ ਲਗਾਤਾਰ ਵਧੀ ਜਾਂਦਾ ਸੀ, ਹੁਣ ਅਜੇ ਸਰਕਾਰ ਨੂੰ ਲੱਗਦਾ ਕਿ ਨਾ ਪਹਿਲਾਂ ਹੀ ਬਹੁਤ ਕਮਾਈ ਹੈ, ਜਦੋਂ ਕਿ ਬਹੁਤ ਕੱਚਾ ਤੇਲ ਅੰਤਰਰਾਸ਼ਟਰੀ ਬਾਜ਼ਾਰ ਸਸਤਾ ਹੋਇਆ ਪਰ ਲੋਕਾਂ ਨੂੰ ਰਾਹਤ ਨਹੀਂ ਮਿਲੀ। ਉਸੇ ਤਰ੍ਹਾਂ ਉਹ ਮਰਜ਼ੀ ਹੋਏਗੀ ਇੱਥੇ ਕਿ ਰੋਜ਼ ਹੀ ਵਧਾ ਕੇ, ਹਰ ਮਹੀਨੇ ਤੁਹਾਡਾ ਬਿੱਲ ਵਧਾ ਕੇ ਭੇਜ ਦਿੱਤਾ ਜਾਵੇ, ਤੇ ਇਹਨੂੰ ਰੋਕਣ ਵਾਲਾ, ਟੋਕਣ ਵਾਲਾ, ਪੁੱਛਣ ਵਾਲਾ ਹੁਣ ਕੋਈ ਨਹੀਂ ਹੋਏਗਾ। ਤੇ ਦੇਖਣ ਨੂੰ ਤਾਂ ਇਹ ਲੱਗਦਾ ਕਿ ਠੀਕ ਹੈ, ਬਿਜਲੀ ਸੋਧ ਬਿੱਲ ਹੈ ਤੇ ਬਿਜਲੀ ਸੋਧ ਦੇ ਵਿੱਚ ਕੋਈ ਗੱਲ ਨਹੀਂ ਜੀ, ਰੈਗੂਲੇਟਰੀ ਕਮਿਸ਼ਨ ਨੂੰ ਇੱਕ ਵਾਰ ਤਾਂ ਉਹ ਤੋਂ ਪ੍ਰਵਾਨਗੀ ਲਈ ਵੀ ਉਹ ਹੈ, ਉਹਦੇ ਤਹਿਤ ਵਧੂਗਾ, ਏਦਾਂ ਸਰਕਾਰ ਧੱਕਾ ਨਹੀਂ ਕਰ ਸਕਦੀ। ਪਰ ਇਹਨੂੰ ਜਦੋਂ ਦੂਰ ਤੋਂ ਜਾ ਕੇ ਦੇਖਦੇ ਹੋ, ਦੂਰ ਦ੍ਰਿਸ਼ਟੀ ਨਾਲ ਦੇਖਦੇ ਹੋ, ਜਿਹਦੇ ਹਵਾਲੇ ਨਾਲ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਸੀ ਇਸ ਬਿਜਲੀ ਸੋਧ ਬਿੱਲ ਦਾ, ਉਹ ਇਹੀ ਹੈ ਕਿ ਬਿਜਲੀ ਤਾਂ ਪਹਿਲਾਂ ਹੀ ਪ੍ਰਾਈਵੇਟਕਰਨ ਹੋ ਰਹੀ ਹੈ। ਚੰਡੀਗੜ੍ਹ 'ਚ ਪ੍ਰਾਈਵੇਟਕਰਨ ਹੋ ਗਿਆ ਬਿਜਲੀ ਦਾ। ਚੰਡੀਗੜ੍ਹ ਦੇ ਵਿੱਚ ਅਰਬਾਂ ਖਰਬਾਂ ਦੀ ਜਾਇਦਾਦ 1 ਰੁਪਈਆ ਲੀਜ਼ ਮਨੀ ਤੇ ਦੇਤੀ ਪ੍ਰਾਈਵੇਟ ਕੰਪਨੀ ਨੂੰ, ਤੇ ਹੁਣ ਅਗਲਿਆਂ ਦੀ ਮਰਜ਼ੀ ਹੈ। ਤੇ ਜਦੋਂ ਇਹ ਸਾਰੇ ਦੇਸ਼ ਦੇ ਵਿੱਚ, ਸੂਬਿਆਂ ਦੇ ਵਿੱਚ ਜ਼ਿਆਦਾਤਰ ਤਾਂ ਸਪਲਾਈ ਵਾਲਾ ਕੰਮ ਤੇ ਬਿਜਲੀ ਪੈਦਾਵਾਰ ਵਾਲਾ ਕੰਮ ਪਹਿਲਾਂ ਹੀ ਪ੍ਰਾਈਵੇਟ ਹੱਥਾਂ ਚਲਾ ਗਿਆ, ਹੁਣ ਸਪਲਾਈ ਵੀ ਉਹਨਾਂ ਕੋਲ ਚਲੀ ਜਾਣੀ ਹੈ। ਸੋ ਜਦੋਂ ਸਾਰਾ ਧੰਦਾ ਪ੍ਰਾਈਵੇਟ ਕਾਰਪੋਰੇਟ ਘਰਾਣਿਆਂ ਕੋਲ ਚਲਾ ਗਿਆ ਤੇ ਉਹਨਾਂ ਕੋਲ ਨਾਲ ਇਹ ਸੋਧ ਬਿੱਲ ਦਾ ਫਾਰਮੂਲਾ ਵੀ ਚਲਾ ਗਿਆ ਕਿ ਭਾਈ ਫਿਰ ਤਾਂ ਅਗਲਿਆਂ ਦੇ ਅੰਨੀ ਲੁੱਟ ਹੋਊਗੀ, ਫਿਰ ਤਾਂ ਅਗਲੇ ਆਪਣੀ ਮਰਜ਼ੀ ਦਾ ਲਾਉਣਗੇ। ਸੋ ਇਸ ਲਈ ਇਹ ਬਿਜਲੀ ਸੋਧ ਬਿੱਲ ਨੂੰ ਇੰਡਸਟਰੀ ਨੂੰ, ਦੁਕਾਨਦਾਰ ਨੂੰ, ਘਰੇਲੂ ਖਪਤਕਾਰ ਨੂੰ, ਜੇਕਰ ਪੰਜਾਬ ਨਾਲ ਗੱਲ ਕਰੀਏ ਤਾਂ ਠੀਕ ਆ, ਪੰਜਾਬ 'ਚ ਕੁਝ ਘਰਾਂ ਨੂੰ ਮਾਫ ਹੋਗੀ, ਪਰ ਪੂਰੇ ਦੇਸ਼ ਦੇ ਹਰ ਘਰ ਨੂੰ ਤਾਂ ਮਾਫ ਨਹੀਂ ਹੈ ਨਾ। ਸੋ ਇਹ ਪੂਰੇ ਦੇਸ਼ ਦੇ ਲਈ ਇਹ ਧੋਖਾ ਹੋਣ ਜਾ ਰਿਹਾ ਕਿ ਪਾਵਰਕੌਮ ਵਰਗੇ ਸਰਕਾਰੀ, ਅਰਧ ਸਰਕਾਰੀ ਵਿਭਾਗਾਂ ਦੇ ਹਵਾਲੇ ਨਾਲ ਲੱਗਦਾ ਕਿ ਠੀਕ ਹੈ, ਸਰਕਾਰ ਸੋਚ ਸਮਝ ਕੇ ਹੀ ਲਊਗੀ। ਨਹੀਂ, ਜਦੋਂ ਪੂਰੀ ਤਰ੍ਹਾਂ ਇਹਦਾ ਪ੍ਰਾਈਵੇਟਕਰਨ ਹੋ ਗਿਆ ਔਰ ਅਗਲੇ ਮਹੀਨਿਆਂ ਦੇ ਦੌਰਾਨ, ਆਉਂਦੇ ਸਾਲਾਂ ਦੇ ਦੌਰਾਨ, ਫਿਰ ਲੋਕਾਂ ਦੀ ਜੇਬ ਸਿੱਧੀ ਵੱਢੀ ਜਾਇਆ ਕਰੇਗੀ, ਕਿਉਂਕਿ ਹੁਣ ਹਰ ਮਹੀਨੇ ਤੁਹਾਡਾ ਬਿਜਲੀ ਦਾ ਬਿੱਲ ਵੱਧ ਸਕਦਾ, ਹਰ ਮਹੀਨੇ ਤੁਹਾਨੂੰ ਝਟਕਾ ਲੱਗ ਸਕਦਾ। ਸੋ ਇਹ ਇੱਕ ਵੱਡਾ ਧੋਖਾ ਛੁਪਿਆ ਹੋਇਆ ਸਾਹਮਣੇ ਆ ਰਿਹਾ, ਇਹਦੇ ਉੱਤੇ ਗੌਰ ਕਰਨ ਦੀ ਲੋੜ ਹੈ। ਬਿਲਕੁਲ ਜੀ, ਕੋਈ ਵੀ ਘਾਟਾ ਨਹੀਂ ਖਾਂਦਾ, ਆਪਣੇ ਜੁਗਾੜ ਲਾ ਲੈਂਦੇ ਆ ਸਾਰੇ। ਤੇ ਅੱਗੇ ਗੱਲ ਕਰਦੇ ਹਾਂ ਭਾਰਤ ਦੀਆਂ ਜੇਲ੍ਹਾਂ, ਜਿਨ੍ਹਾਂ ਨੂੰ ਸੁਧਾਰ ਘਰ ਕਿਹਾ ਜਾਂਦਾ, ਮੁਰਗੀਖਾਨੇ ਬਣੇ ਪਏ ਆ। ਬਿਲਕੁਲ ਜੀ, ਇਹ ਅਸੀਂ ਪਿਛਲੇ ਕੁਝ ਦਿਨ ਪਹਿਲਾਂ ਵੀ ਪੰਜਾਬ ਪੁਲਿਸ, ਦੇਸ਼ ਦੀ ਪੁਲਿਸ ਦੇ ਹਵਾਲੇ ਨਾਲ ਕੋਈ ਚਰਚਾਵਾਂ ਕਰ ਰਹੇ ਸੀ ਕਿ ਦੇਸ਼ ਦੇ ਵਿੱਚ ਅਜੇ ਵੀ ਅਜਿਹੇ ਥਾਣੇ ਨੇ ਜਿਨ੍ਹਾਂ ਕੋਲ ਵੋਕੀ ਟੋਕੀ ਤੱਕ ਦਾ ਸਿਸਟਮ ਨਹੀਂ ਹੈਗਾ। ਕਈ ਥਾਣੇ ਅਜਿਹੇ ਨੇ ਜਿਨ੍ਹਾਂ ਕੋਲ 2 ਪਹੀਆ ਵਾਹਨ ਵੀ ਆਪਣਾ ਨਹੀਂ ਹੈਗਾ। ਉਹ ਪੁਲਿਸ ਕੀ ਕਰੂਗੀ? ਪਰ ਅਜੇ ਇੱਕ ਹੋਰ ਵੱਡੀ ਰਿਪੋਰਟ ਮਤਲਬ ਇੱਕ ਤਰ੍ਹਾਂ ਨਾਲ ਸਾਹਮਣੇ ਆਉਂਦੀ ਆ, ਇੰਡੀਆ ਜਸਟਿਸ ਦੀ ਰਿਪੋਰਟ ਹੈ ਇਹ। ਇੰਡੀਆ ਜਸਟਿਸ ਰਿਪੋਰਟ 2022 ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਤਾਂ ਦੇਸ਼ ਦੀ 80% ਆਬਾਦੀ ਹੈ ਕਹਿੰਦੇ ਜਿਹੜੀ, ਉਹਨੂੰ ਮੁਫਤ ਕਾਨੂੰਨੀ ਸਹੂਲਤ ਦੀ ਜ਼ਰੂਰਤ ਹੈ। ਮਤਲਬ ਸਰਕਾਰੀ ਵਕੀਲ ਰੱਖੇ ਹੁੰਦੇ ਆ, ਜਿਹੜਾ ਬੰਦਾ ਵਕੀਲ ਕਰਨ ਦੇ ਸਮਰੱਥ ਨਹੀਂ, ਉਹਨੂੰ ਸਰਕਾਰੀ ਵਕੀਲ ਵੱਲੋਂ ਮਤਲਬ ਕਿ ਸਹਾਇਤਾ ਦਿੱਤੀ ਜਾਣੀ ਹੈ, ਕਾਨੂੰਨੀ ਉਹਦੀ ਸਹਾਇਤਾ ਕੀਤੀ ਜਾਣੀ ਹੈ। ਪਰ 80% ਆਬਾਦੀ ਨੂੰ, ਦੇਸ਼ ਦੀ ਨੂੰ ਕਾਨੂੰਨੀ ਮਦਦ ਦੀ ਜ਼ਰੂਰਤ ਹੈ। ਪਰ ਹਕੀਕਤ ਦੇ ਵਿੱਚ ਹਰ ਪ੍ਰਤੀ ਵਿਅਕਤੀ ਦੇ ਪਿੱਛੇ ਸਰਕਾਰ ਦਾ ਸਾਲਾਨਾ ਖਰਚ ਪਤਾ ਵੀ ਕਿੰਨਾ ਜੀ ਕਾਨੂੰਨੀ ਸਹਾਇਤਾ ਦੇਣ ਦੇ ਲਈ? ਪ੍ਰਤੀ ਵਿਅਕਤੀ ਸਾਲਾਨਾ ਖਰਚਾ 4 ਰੁਪਏ ਹੈ। 4 ਰੁਪਏ 'ਚ ਕਿਹੜੀ ਕਾਨੂੰਨੀ ਸਹਾਇਤਾ ਮਿਲ ਜੂਗੀ? ਹੁਣ ਤੁਸੀਂ ਅੰਦਾਜ਼ਾ ਲਾ ਲਓ ਇੱਥੋਂ। ਤੇ ਜਿੱਥੋਂ ਤੱਕ ਜੇਲ੍ਹਾਂ ਦੀ ਸਥਿਤੀ ਆ, ਦੇਖ ਕੇ ਦੁੱਖ ਹੁੰਦਾ। ਬਿਲਕੁਲ ਤੁਹਾਡਾ ਸਵਾਲ ਬਿਲਕੁਲ ਦਰੁਸਤ ਸੀਗਾ ਕਿ ਇਹ ਜੇਲ੍ਹਾਂ ਨੇ ਜਾਂ ਮੁਰਗੀਖਾਨੇ? ਕਹਿਣ ਨੂੰ ਤਾਂ ਇਹ ਜੇਲ੍ਹਾਂ ਸੁਧਾਰ ਘਰ ਹੁੰਦੀਆਂ ਨੇ ਕਿ ਬੰਦਾ ਇੱਥੋਂ ਬੰਦਾ ਬਣ ਕੇ ਆਊਗਾ, ਜਿਹੜਾ ਮੁਜਰਮ ਹੈ ਉਹ ਬੰਦਾ ਬਣ ਕੇ ਮੁੜੂਗਾ। ਪਰ ਹਾਲਤ ਇਹ ਹੈ ਕਿ ਦੇਸ਼ ਦੀਆਂ 54% ਜੇਲ੍ਹਾਂ ਮਤਲਬ ਕਿ ਮੁਰਗੀਖਾਨਿਆਂ ਵਾਂਗ ਠੂਸ ਕੇ ਭਰੀਆਂ ਹੋਈਆਂ। ਤੂੜੀ, ਜਿਵੇਂ ਉਹ ਟਰੱਕ 'ਚ ਤੂੜੀ ਭਰ ਕੇ ਲੈ ਕੇ ਜਾਂਦੇ ਆ ਨਾ, ਤੇ ਉਹ ਟਰੱਕ ਦੀ ਸਮਰੱਥਾ ਤੋਂ ਬਾਹਰ ਵੀ ਆਲੇ ਦੁਆਲੇ ਨੂੰ ਖਿਲਰੀ ਹੁੰਦੀ ਹੈ ਇੰਨੀ, ਤੇ ਉਹ ਕਿਸੇ ਨਾ ਕਿਸੇ ਦਾ ਹਾਦਸੇ ਦਾ ਕਾਰਨ ਬਣ ਜਾਂਦੀ ਆ। ਉਹ ਹਾਲ ਸਾਡੀਆਂ ਜੇਲ੍ਹਾਂ ਦਾ। ਇਸੇ ਲਈ ਉਹ ਹਾਦਸੇ ਹੁੰਦੇ ਨੇ, ਚਾਹੇ ਉਹ ਅੰਦਰ ਲੜਾਈਆਂ ਹੁੰਦੀਆਂ, ਚਾਹੇ ਰੌੜਾਂ ਚੱਲਦੀਆਂ, ਚਾਹੇ ਕਤਲ ਹੁੰਦੇ, ਹੈ ਉਹ ਸਾਰਾ ਉਹਦਾ ਕਾਰਨ ਵੀ ਇਹੀ ਆ। 54% ਜੇਲ੍ਹਾਂ ਦੇਸ਼ ਦੀਆਂ ਠੁੱਸਾ ਠੱਸ ਭਰੀਆਂ ਹੋਈਆਂ ਨੇ, ਠੂਸ ਕੇ ਭਰੀਆਂ ਹੋਈਆਂ ਨੇ, ਤੇ
ਕਰੀਬ ਮਤਲਬ ਜੇਕਰ ਮੈਂ ਗੱਲ ਕਰਾਂ ਤਾਂ ਪੰਜਾਬ ਹਰਿਆਣਾ ਦੀਆਂ ਜੇਲ੍ਹਾਂ ਦਾ ਵੀ ਇਹੀ ਹਾਲ ਆ। ਔਸਤਨ ਜਦੋਂ ਮੈਂ ਦੇਖਦਾ ਤਾਂ ਇਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਇਹਦੇ ਵਿੱਚ ਜ਼ਿਆਦਾਤਰ 77% ਕੈਦੀ ਟਰਾਇਲ ਵਾਲੇ ਨੇ, ਜਿਨ੍ਹਾਂ ਦੇ ਮਾਮਲੇ ਹੀ ਨਹੀਂ ਨਿਬੜਦੇ, ਸਾਲਾਂ ਬੱਧੀ ਉਹ ਟਰਾਇਲ ਕੈਦੀ ਉਹ ਚੱਲੀ ਜਾਂਦੇ ਨੇ, ਅੰਡਰ ਟਰਾਇਲ ਨੇ ਉਹਨਾਂ ਦੇ ਕੇਸ, ਅਜੇ ਉਹਨਾਂ ਦਾ ਮਾਮਲਾ ਹੀ ਨਹੀਂ ਨਿਬੜਿਆ। 77% ਅਜਿਹੇ ਮਾਮਲੇ ਨੇ। ਮਾਤਰ ਸਿਰਫ ਮਤਲਬ ਕਿ 22-23% ਇਹਦਾ ਮਤਲਬ ਕੈਦੀ ਉਹ ਨੇ ਜਿਨ੍ਹਾਂ ਦੀ ਸਜ਼ਾ ਹੋ ਗਈ, ਜਿਨ੍ਹਾਂ ਦੇ ਫੈਸਲਾ ਹੋ ਗਿਆ, ਉਹ ਕੈਦੀ ਨੇ। ਤੇ 77% ਇਹਨਾਂ ਜੇਲ੍ਹਾਂ 'ਚ ਉਹ ਠੂਸੇ ਹੋਏ ਨੇ ਜਿਹੜੇ ਟਰਾਇਲ ਦੇ ਵਿੱਚ ਨੇ ਤੇ ਅਜੇ ਤੱਕ ਉਹਨਾਂ ਦੇ ਅਸੀਂ ਮਾਮਲੇ ਹੀ ਨਿਬੇੜ ਪਾਉਂਦੇ। ਤੇ ਮੈਂ ਦੇਖ ਰਿਹਾ ਸੀਗਾ 2010 ਦੇ ਵਿੱਚ ਇਹ ਗਿਣਤੀ ਲਗਭਗ 2 ਲੱਖ ਸੀ, ਜਿਹੜੇ ਅੰਡਰ ਟਰਾਇਲ ਕੈਦੀਆਂ ਦੀ ਗਿਣਤੀ ਹੈ ਉਹ 2 ਲੱਖ ਦੇ ਕਰੀਬ ਸੀ। ਤੇ 2021 ਤੱਕ ਆਉਂਦਿਆਂ ਇਹ ਗਿਣਤੀ 4,03,000 ਹੋ ਗਈ, ਮਤਲਬ ਦੁੱਗਣੀ ਹੋ ਗਈ। ਇੱਥੋਂ ਅੰਦਾਜ਼ਾ ਲਾ ਲਓ ਤੁਸੀਂ ਕਿ ਕੀ ਸਥਿਤੀ ਆ ਦੇਸ਼ ਦੇ ਵਿੱਚ। ਦੇਸ਼ ਦੀਆਂ ਕੁੱਲ ਜੇਲ੍ਹਾਂ ਦੇ ਅੰਦਰ 5,54,000 ਤੋਂ ਵੱਧ ਕੈਦੀ ਨੇ, ਕਰੀਬ 5.5 ਲੱਖ ਤੋਂ ਵੱਧ ਦੇ ਕੈਦੀ ਨੇ। ਤੇ ਹਾਲਤ ਦੇਖੋ ਤੁਸੀਂ, ਇੱਥੋਂ ਅੰਦਾਜ਼ਾ ਲਾ ਲਓ ਕਿ 5.5 ਲੱਖ ਦੇ ਕਰੀਬ ਦੇਸ਼ ਦੀਆਂ ਜੇਲ੍ਹਾਂ 'ਚ ਕੈਦੀ ਹੋਣ ਤੇ ਇਹਨਾਂ ਨੂੰ ਮੈਡੀਕਲ ਸਹੂਲਤ ਦੇਣ ਦੇ ਲਈ ਜੇਲ੍ਹਾਂ 'ਚ ਮੁਲਾਜ਼ਮ ਪਤਾ ਵੀ ਕਿੰਨੇ ਨੇ ਜੀ? ਮਾਤਰ 658। 5.5 ਲੱਖ ਕੈਦੀਆਂ ਲਈ ਮੈਡੀਕਲ ਸਹੂਲਤ ਦੇਣ ਦੇ ਲਈ ਸਿਰਫ 658 ਸਾਡੇ ਕੋਲ ਮੁਲਾਜ਼ਮ ਨੇ ਜਿਹੜੇ ਸਹਾਇਤਾ ਦੇਣ, ਹੈਲਥ ਮੈਡੀਕਲ ਸਹਾਇਤਾ ਦੇਣ ਵਾਲੇ। ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਉਹਨਾਂ ਦੀ ਦੇਖਭਾਲ ਹੋ ਸਕਦੀ ਹੈ। ਦੂਸਰੇ ਪਾਸੇ ਜੇਲ੍ਹ ਸਟਾਫ ਦੇ ਵਿੱਚ ਕਹਿੰਦੇ 33% ਬੀਬੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ ਜੀ। ਤੇ ਕਿੰਨੀ ਗਿਣਤੀ ਹੈ ਜੀ? 13%। 33 ਦੀ ਬਜਾਏ 13% ਹੈ। ਤੇ ਕੀ ਹੋਏਗਾ? ਜੇਲ੍ਹ 'ਚ ਬੰਦ 43% ਕੈਦੀ ਅਜਿਹੇ ਨੇ ਜਿਹੜੇ ਮਤਲਬ ਕਿ 10ਵੀਂ ਤੱਕ ਵੀ ਨਹੀਂ ਪੜ੍ਹੇ ਹੋਏ। 50% ਕੈਦੀ ਲਗਭਗ ਅਜਿਹੇ ਨੇ ਜਿਹੜੇ 10ਵੀਂ ਤੋਂ ਵੀ ਥੱਲੇ ਨੇ। ਫਿਰ ਉਹਨਾਂ ਦੀ ਮਾਨਸਿਕ ਪੱਧਰ ਤੇ ਉਹਨਾਂ ਦੀ ਸਥਿਤੀ ਕਹੀ ਜਿਹੀ ਹੋਏਗੀ, ਉਹਦੇ ਵਿੱਚ ਫਿਰ ਲੜਾਈ ਝਗੜੇ ਹੋਣੇ, ਵੱਢ ਟੁੱਕ ਹੋਣਾ, ਆਪਣੇ ਆਪ 'ਚ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਰ ਜਦੋਂ ਮੈਂ ਦੂਸਰੇ ਪਾਸੇ ਨੂੰ ਦੇਖਦਾ ਇਹ ਤੋਂ ਅਗਲੇ ਪੜਾਅ 'ਚ ਕਿ ਪਰ ਪੁਲਿਸ ਦੀ ਸਥਿਤੀ ਕਹੀ ਜਿਹੀ ਹੈ ਨਾ, ਜੇਲ੍ਹਾਂ 'ਚ ਜੇ ਕੈਦੀ ਵੱਧ ਆ ਗਏ ਹੈ ਨਾ ਤਾਂ ਫਿਰ ਪੁਲਿਸ ਸੰਭਾਲਣ ਲਈ ਹੋਊਗੀ ਭਾਈ। ਲਓ ਪੁਲਿਸ ਦੀ ਹਾਲਤ ਦੇਖ ਲਓ। ਹਰਿਆਣਾ 'ਚ 26% ਖਾਲੀ ਪਏ ਨੇ ਉਹਦੇ, ਪੰਜਾਬ 'ਚ 22% ਪੁਲਿਸ ਅਧਿਕਾਰੀਆਂ ਦੇ ਅਹੁਦੇ ਖਾਲੀ ਪਏ ਨੇ। ਹਰਿਆਣਾ 26%, ਪੰਜਾਬ 'ਚ 22% ਪੁਲਿਸ ਅਧਿਕਾਰੀਆਂ ਦੇ ਅਹੁਦੇ ਖਾਲੀ ਪਏ ਨੇ। ਜਦੋਂ ਅਧਿਕਾਰੀ ਉਹ ਨਹੀਂ ਗਏ ਤੇ ਫਿਰ ਤੁਸੀਂ ਹਾਲ ਦੇਖ ਲਓ ਕਿ ਉੱਥੇ ਕੰਮ ਕਿਵੇਂ ਹੁੰਦਾ ਹੋਊਗਾ। ਲਓ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਦੇਸ਼ ਦੇ ਵਿੱਚ ਇਸ ਮੌਕੇ 2021-22 ਦੇ ਦੌਰਾਨ ਪ੍ਰਤੀ ਵਿਅਕਤੀ 1,151 ਰੁਪਏ ਪੁਲਿਸ ਤੇ ਖਰਚ ਹੋ ਰਹੇ ਨੇ ਸਿਰਫ। ਇਸੇ ਤਰ੍ਹਾਂ ਜਦੋਂ ਕਿ ਪਹਿਲਾਂ 912 ਰੁਪਏ ਸੀਗੇ, ਇਸ ਦੇ ਬਾਵਜੂਦ ਅਧਿਕਾਰੀਆਂ ਦੇ 29% ਤੇ ਕਾਂਸਟੇਬਲਾਂ ਦੇ 22%। ਦੇਸ਼ ਦੀ ਔਸਤ ਅਧਿਕਾਰੀਆਂ ਦੀ ਕਮੀ, ਪੁਲਿਸ ਅਧਿਕਾਰੀਆਂ ਦੀ ਕਮੀ 29% ਆ ਦੇਸ਼ ਦੀ ਔਸਤ, ਤੇ ਜਿਹਦੇ ਵਿੱਚੋਂ ਪੰਜਾਬ ਦੇ ਵਿੱਚ 22% ਮਤਲਬ ਕਿ ਕਮੀ ਹੈ। ਦੇਸ਼ ਦੀ 29 ਹੈ, ਸਾਡੀ 22 ਹੈ। ਫਿਰ ਵੀ ਸਥਿਤੀ ਸਾਡੀ ਮਤਲਬ ਕਿ ਉਹਦੇ ਨਾਲੋਂ ਵੀ ਮਤਲਬ ਕਿੱਥੇ ਖੜੀ ਹੈ? ਤੁਸੀਂ ਇੱਥੇ ਅੰਦਾਜ਼ਾ ਲਾ ਲਓ ਕਿ 29% ਕਮੀ ਹੈ ਦੇਸ਼ ਦੇ ਵਿੱਚ ਤੇ ਸਾਡੀ 22 ਹੈ, ਉਹਨਾਂ ਨਾਲੋਂ ਥੋੜੀ ਜਿਹੀ ਠੀਕ ਹੈ। ਪਰ ਇਸੇ ਤਰ੍ਹਾਂ ਜਿਹੜੇ ਥੱਲੇ ਵਾਲੇ ਮੁਲਾਜ਼ਮ ਨੇ ਉਹਨਾਂ ਦੀ ਕਾਂਸਟੇਬਲਾਂ ਦੀ ਵੀ ਦੇਸ਼ ਦੇ ਵਿੱਚ 22% ਹੈ ਤੇ ਸਾਡੀ ਇੱਥੇ ਵੀ 13% ਹੈਗੀ। ਇਹਦਾ ਮਤਲਬ ਸਾਡੇ ਭਰਤੀ ਹੋਈ ਹੈ, ਪਿਛਲੇ ਦੇਰ ਦੇ ਵਿੱਚ ਵੀ ਕੁਝ ਪੁਲਿਸ ਦੀ ਭਰਤੀ ਹੋਈ ਹੈ, ਪਰ ਪੁਲਿਸ ਗਿਣਤੀ ਵਧਣਾ ਕੋਈ ਚੰਗੀ ਸੁਭਾਵਨਾ ਨਹੀਂ ਹੁੰਦੀ। ਇਹਦਾ ਮਤਲਬ ਸਾਡੇ ਕੋਲ ਕੈਦੀਆਂ ਲਈ, ਸਾਡੇ ਕੋਲ ਮਤਲਬ ਕਿ ਅਮਨ ਕਾਨੂੰਨ ਦੀ ਸਥਿਤੀ ਸਾਡੀ ਸਹੀ ਨਹੀਂ। ਫਿਰ ਮੈਂ ਆਉਣਾ ਕਿ ਹੁਣ ਜੇਲ੍ਹਾਂ 'ਚ ਵੀ ਨੇ ਤੇ ਜੇਲ੍ਹ 'ਚ ਸਾਂਭਣ ਵਾਲੇ ਅਧਿਕਾਰੀ ਵੀ ਘੱਟ, ਪੁਲਿਸ ਵੀ ਘੱਟ, ਪਰ ਆ ਟਰਾਇਲ ਕੈਦੀ ਕਿਉਂ ਵੱਧ ਰਹੇ ਨੇ? ਕੇਸ ਕਿਉਂ ਨਹੀਂ ਨਿਬੜਦੇ? ਫਿਰ ਉਹਦੇ ਕਾਰਨ ਆਉਂਦਾ ਕਿ ਜੁਡੀਸ਼ੀਅਲ ਸਿਸਟਮ ਸਾਡਾ ਬਹੁਤ ਸਲੋ ਹੈ ਜੀ। ਤੇ ਉਹਦੇ ਪਿੱਛੇ ਕਾਰਨ ਕੀ ਹੈ? ਕਿਉਂਕਿ ਅਕਸਰ ਜਦੋਂ ਲੋਕ ਕੋਰਟ ਕਚਹਿਰੀ ਜਾਂਦੇ ਆ, ਅੱਜ ਜੱਜ ਛੁੱਟੀ ਤੇ ਆ ਜੀ, ਅੱਜ ਰੀਡਰ ਨਹੀਂ ਆਇਆ ਜੀ, ਅੱਜ ਜੱਜ ਸਾਹਿਬ ਨੂੰ ਉੱਥੇ ਜਾਣਾ ਪੈ ਗਿਆ ਜੀ, ਅੱਜ ਵਕੀਲ ਛੁੱਟੀ ਤੇ ਚਲੇ ਗਏ ਜੀ, ਅੱਜ ਵਕੀਲ ਹੜਤਾਲ ਤੇ ਨੇ ਜੀ, ਅਗਲੀ ਤਰੀਕ ਪੈ ਗਈ ਜੀ, ਹੈ ਨਾ। ਇੰਨਾ ਕੁਛ ਹੁੰਦਾ ਹੈ, ਮਤਲਬ ਕਿ ਬੰਦਾ ਇੱਕੋ ਮਾਮਲਾ ਜਿਹੜਾ ਹੈ ਉਹ 20-20 ਸਾਲ 25-20 ਸਾਲ ਲੰਘ ਜਾਂਦੇ ਨੇ। ਕਿੰਨੇ ਬੰਦੇ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੇ ਕੇਸ ਨਹੀਂ ਨਿਬੜੇ। ਤੇ ਜਦੋਂ ਮੈਂ ਇੱਧਰ ਆ ਕੇ ਹਾਲ ਦੇਖਦਾ ਕਿ ਇਹਦਾ ਕਾਰਨ ਕੀ ਜੱਜਾਂ ਤੇ ਬੋਝ ਹੈ, ਕੀ ਜੁਡੀਸ਼ੀਅਲ ਤੇ ਬੋਝ ਹੈ? ਤਾਂ ਬਿਲਕੁਲ ਜੀ। 10 ਲੱਖ ਦੀ ਆਬਾਦੀ ਪਿੱਛੇ ਕਹਿੰਦੇ ਘੱਟੋ ਘੱਟ 50 ਜੱਜ ਜ਼ਰੂਰ ਹੋਣੇ ਚਾਹੀਦੇ ਨੇ। ਤੇ ਦੇਸ਼ ਦੇ ਵਿੱਚ ਔਸਤ ਕਿੰਨੀ ਹੈ ਜੀ ਜੱਜਾਂ ਦੀ? 15। 10 ਲੱਖ ਦੀ ਆਬਾਦੀ ਪਿੱਛੇ ਲੋੜ ਹੈ ਘੱਟੋ ਘੱਟ 50 ਜੱਜਾਂ ਦੀ, ਤੇ ਦੇਸ਼ ਦੇ ਵਿੱਚ 10 ਲੱਖ ਦੀ ਆਬਾਦੀ ਪਿੱਛੇ ਜੱਜ ਕਿੰਨੇ ਆ? 15। ਮਾਮਲੇ ਕੀ ਨਿਬੜਨਗੇ? ਫਿਰ ਅੰਡਰ ਟਰਾਇਲ ਜੇਲ੍ਹਾਂ 'ਚ ਭਰੇ ਜਾਣਗੇ, ਫਿਰ ਜੇਲ੍ਹਾਂ ਮੁਰਗੀਖਾਨਾ ਹੀ ਬਣਨਗੀਆਂ। ਹਰਿਆਣਾ ਦੇ ਵਿੱਚ 12 ਹੈ, 10 ਲੱਖ ਦੀ ਆਬਾਦੀ ਪਿੱਛੇ 12 ਜੱਜ ਨੇ। ਪੰਜਾਬ ਫਿਰ ਵੀ ਦੇਸ਼ ਦੀ ਔਸਤ ਨਾਲੋਂ ਠੀਕ ਹੈ, ਪੰਜਾਬ ਦੇ ਵਿੱਚ 20 ਜੱਜ ਨੇ।
ਅਸੀਂ ਪੁਲਿਸ ਵਾਲੇ ਮਾਮਲੇ 'ਚ ਵੀ ਜੀ ਦੇਸ਼ ਦੀ ਔਸਤ ਅਫਸਰਾਂ ਦੀ 29 ਹੈ, ਸਾਡੀ 22 ਹੈ। ਤੇ ਇੱਥੇ ਮਤਲਬ ਕਿ ਦੇਸ਼ ਦੀ ਔਸਤ 15 ਹੈ, ਸਾਡੀ 20 ਹੈ। ਸੋ ਪਰ ਇਹ ਸਵਾਲ ਪੂਰੇ ਦੇਸ਼ ਦੇ ਹਵਾਲੇ ਨਾਲ ਖੜਾ ਹੈ ਕਿ ਹਾਲ ਕਿਉਂ ਹੈ। ਦੇਸ਼ ਦੇ ਵਿੱਚ ਕਰੀਬ 80% ਆਬਾਦੀ ਆਪਾਂ ਗੱਲ ਕਰਕੇ ਹਟੇ ਉਹ ਹੈ ਜਿਹਨੂੰ ਲੋੜ ਹੈ ਕਾਨੂੰਨੀ ਰਾਏ ਦੀ, ਤੇ ਉਹਦੇ ਲਈ ਸਰਕਾਰ ਸਾਲਾਨਾ ਖਰਚਾ ਰੱਖ ਰਹੀ ਹੈ 4 ਰੁਪਏ 3 ਰੁਪਏ 84 ਪੈਸੇ। ਹੁਣ ਇਹਦੇ ਨਾਲ ਕਾਨੂੰਨੀ ਸਹਾਇਤਾ ਮਿਲੂਗੀ। 15 ਜੱਜ 10 ਲੱਖ ਵਿੱਚ ਕੀ ਫੈਸਲਾ ਸੁਣਾਉਣਗੇ। ਪੁਲਿਸ ਅਧਿਕਾਰੀਆਂ ਦੀ ਕਮੀ ਹੈ ਤੇ ਜੇਲ੍ਹਾਂ 'ਚ ਕੈਦੀ ਅਸੀਂ ਮੁਰਗੇ ਖਾਨਿਆਂ ਵਾਂਗ ਠੂਸੇ ਨੇ, ਉਹਨਾਂ ਦੇ ਲਈ ਮੈਡੀਕਲ ਸਹੂਲਤ ਤੱਕ ਦਾ ਪ੍ਰਬੰਧ ਨਹੀਂ ਹੈ। ਤੇ ਇਹ ਹਾਲਤ ਹੈ ਦੇਸ਼ ਦੇ ਵਿੱਚ। ਫਿਰ ਅਸੀਂ ਕਹਿੰਦੇ ਹਾਂ ਜੀ ਅਸੀਂ ਦੁਨੀਆ ਦੀ ਨੰਬਰ 1 ਤਾਕਤ ਬਣਨ ਜਾ ਰਹੇ ਹਾਂ, ਤੇ ਗੋਗਾ ਪਤਾ ਨਹੀਂ ਕਿਹੜੇ ਮੂੰਹ ਨਾਲ ਗਾਉਂਦੇ ਨੇ ਸਾਡੇ ਲੀਡਰ। ਫਿਰ ਬਿਲਕੁਲ ਜੀ, ਗੋਗੇ ਤਾਂ ਬਹੁਤ ਜ਼ਿਆਦਾ ਗਾਉਂਦੇ ਆ। ਤੇ ਅੱਗੇ ਗੱਲ ਕਰਦੇ ਆ, ਹੁਣ ਜਲੰਧਰ ਦੀ ਜਿਮਨੀ ਚੋਣ ਆ, ਉਹ ਬਸ ਅਖਬਾਰਾਂ ਦੇ ਵਿੱਚ ਹਰ ਪਾਸੇ ਉਸੇ ਦੀ ਚਰਚਾ ਆ, ਤੇ ਆਪੋ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹੋਣਗੇ। ਪਰ ਜਿਹੜਾ ਅਕਾਲੀ ਦਲ ਆ ਉਹ ਹਜੇ ਵੀ ਉਸਨੂੰ ਆਪਣੇ ਉਮੀਦਵਾਰ ਨੂੰ ਲੈ ਕੇ ਦੁਵਿਧਾ ਦੇ ਵਿੱਚ ਹੀ ਆ। ਬਿਲਕੁਲ ਜੀ, ਜਲੰਧਰ ਜਿਮਨੀ ਚੋਣ ਨੂੰ ਲੈ ਕੇ ਜਿਹੜੀ ਸਭ ਤੋਂ ਹਰ ਜਿਮਨੀ ਚੋਣ ਹੋਵੇ ਜਾਂ ਰੈਗੂਲਰ ਚੋਣਾਂ ਹੋਣ, ਚਾਹੇ ਲੋਕ ਸਭਾ ਦੀਆਂ ਚਾਹੇ ਵਿਧਾਨ ਸਭਾ ਦੀਆਂ, ਕਾਂਗਰਸ ਪਾਰਟੀ ਨਾ ਫਾਡੀ ਮੰਨੀ ਜਾਂਦੀ ਹੈ ਉਮੀਦਵਾਰ ਐਲਾਨਣ ਦੇ ਵਿੱਚ। ਪਰ ਜਲੰਧਰ ਜਿਮਨੀ ਚੋਣ ਮਾਮਲੇ 'ਚ ਉਹਨੇ ਤੈਅ ਹੀ ਕਰ ਲਿਆ ਸੀਗਾ ਕਿ ਅਸੀਂ ਉਹਨਾਂ ਦੀ ਧਰਮ ਪਤਨੀ ਨੂੰ ਟਿਕਟ ਦੇਣੀ ਆ। ਸੋ ਇਸ ਲਈ ਉਹ ਚੌਧਰੀ ਸੰਤੋਖ ਸਿੰਘ ਹੋਰਾਂ ਦੀ ਧਰਮ ਪਤਨੀ ਨੂੰ ਹੀ ਟਿਕਟ ਦੇ ਦਿੱਤੀ ਗਈ। ਇਸ ਲਈ ਕਾਂਗਰਸ ਵਿਹਲੀ ਆ। ਪਰ ਅਜੇ ਤੱਕ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੀ ਉਮੀਦਵਾਰ ਨਹੀਂ ਐਲਾਨ ਸਕੀ। ਉਹਦਾ ਕਾਰਨ ਉਹਨਾਂ ਨੂੰ ਉਮੀਦਵਾਰ ਲੱਭੇ ਨਹੀਂ ਰਿਹਾ। ਉਹਨਾਂ ਨੇ ਕਾਂਗਰਸ 'ਚ ਵੀ ਲੱਭ ਲਿਆ, ਅਕਾਲੀਆਂ 'ਚ ਵੀ ਲੱਭ ਲਿਆ, ਬਸਪਾ 'ਚ ਵੀ ਲੱਭ ਲਿਆ, ਬੀਜੇਪੀ ਕੰਨੀ ਵੀ ਜਾ ਆਏ, ਆਪਣੇ ਲੀਡਰਾਂ 'ਚੋਂ ਵੀ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ। ਹੋ ਸਕਦਾ ਹੁਣ ਕਿਸੇ ਐਮਐਲਏ ਨੂੰ ਬਲੀ ਦੇ ਦੇਣ, ਜਿਹੜਾ ਮੌਜੂਦਾ ਐਮਐਲਏ ਕਿ ਕੋਈ ਨਾ ਤੇਰੀ ਐਮਐਲਏਸ਼ਿਪ ਤਾਂ ਬਚੀ ਹੋ ਰਹੂਗੀ, ਤੂੰ ਐਮਪੀ ਵਿੱਚ ਲੜ ਰਿਹਾ, ਜੇ ਜਿੱਤ ਗਿਆ ਤਾਂ ਠੀਕ ਹੈ, ਨਹੀਂ ਫਿਰ ਤੂੰ ਐਮਐਲਏ ਤਾਂ ਹੈਗਾ ਹੀ ਹੈ। ਸੋ ਇਹੀ ਜਿਹੀ ਸਕੀਮ ਲੱਭ ਰਹੀ ਆਮ ਆਦਮੀ ਪਾਰਟੀ, ਕਿਉਂਕਿ ਉਹਨੂੰ ਲੱਗ ਰਿਹਾ ਕਿ ਸੰਗਰੂਰ ਵਾਲੀ ਨਾ ਹੋਵੇ ਸਾਡੇ ਨਾਲ, ਔਰ ਸੰਭਾਵਨਾ ਹੈਗੀ ਵੀ ਇਹੋ ਜਿਹਾ ਕੁਝ ਹੋ ਸਕਦਾ। ਉਧਰ ਬੀਜੇਪੀ, ਜਿਹਨੂੰ ਲੱਗਦਾ ਕਿ ਮਾਹੌਲ ਸਾਡੇ ਹੱਕ 'ਚ ਜਾ ਸਕਦਾ ਹੈ, ਸਾਨੂੰ ਹੁਣ ਰਣਨੀਤੀ ਆਉਂਦੀ ਆ, ਜਲੰਧਰ 'ਚ ਸਾਡੀ ਪੈਂਠ ਹੈਗੀ ਆ, ਪਹਿਲਾਂ ਵੀ ਇੱਥੋਂ ਸਾਡੇ ਐਮਐਲਏ ਕੁਝ ਜਿੱਤਦੇ ਰਹੇ ਨੇ, ਇਸ ਲਈ ਅਸੀਂ ਕੋਈ ਦਾਅ ਲਾ ਸਕਦੇ ਹਾਂ, ਉਹ ਵੀ ਅਜੇ ਤੱਕ ਉਮੀਦਵਾਰ ਨਹੀਂ ਐਲਾਨ ਸਕੇ। ਉੱਥੇ ਵੀ 2-3 ਨਾਮਾਂ ਤੇ ਚਰਚਾ ਚੱਲਦੀ ਹੈ ਤੇ ਕਈ ਨਵੇਂ ਨਾਮ ਵੀ ਵਿੱਚ ਸ਼ਾਮਲ ਹੋਣ ਨੂੰ ਫਿਰਦੇ ਨੇ। ਤੇ ਉਸ ਤੋਂ ਬਾਅਦ ਗੱਲ ਆਉਂਦੀ ਹੈ ਅਕਾਲੀ ਦਲ ਦੀ। ਅਕਾਲੀ ਦਲ ਦਾ ਬਹੁਜਨ ਸਮਾਜ ਪਾਰਟੀ ਨਾਲ ਗੱਠਜੋੜ ਹੈ, ਸੀਟ ਇਹ ਰਿਜ਼ਰਵ ਹੈ, ਰਾਖਵੀਂ ਸੀਟ ਹੈ। ਔਰ ਇਸ ਸਾਰੇ ਮਾਹੌਲ ਦੇ ਵਿੱਚ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਲੋਕ ਸਾਡੇ ਕੰਨੀ ਮੁੜੇ ਆਉਣ, ਜਿਹੋ ਜਿਹਾ ਪੰਜਾਬ ਦਾ ਮਾਹੌਲ ਹੈ, ਕਿਉਂਕਿ ਇਹ ਇਸ ਦੇ ਅੰਦਰ ਅਧੀਨ ਆਉਂਦੇ ਜਿਹੜੇ ਵਿਧਾਨ ਸਭਾ ਹਲਕੇ ਨੇ, ਉਹ ਸਾਰਿਆਂ ਦੇ ਐਮਐਲਏ ਨਹੀਂ ਹੈਗੇ ਉੱਥੇ। ਮਤਲਬ ਜਿਵੇਂ ਲੋਕ ਸਭਾ ਜਿਹੜੀ ਸੰਗਰੂਰ ਵਾਲੀ ਸੀ, ਉੱਥੇ ਤਾਂ ਸਾਰੇ ਐਮਐਲਏ ਆਮ ਆਦਮੀ ਪਾਰਟੀ ਦੇ ਸੀ, ਮੁੱਖ ਮੰਤਰੀ ਉੱਥੋਂ ਆਉਂਦੇ ਸੀ, ਮੰਤਰੀ ਉਹਨਾਂ ਇਲਾਕਿਆਂ 'ਚ ਆਉਂਦੇ ਸੀ, ਐਮਐਲਏ ਸਾਰੇ ਉਹਨਾਂ ਦੇ, ਉਹਦੇ ਬਾਵਜੂਦ ਹਾਰ ਗਏ। ਤੇ ਇੱਥੇ ਤਾਂ ਸਾਰੀ ਐਮਐਲਏ ਨਹੀਂ ਹੈਗੇ ਉਹਨਾਂ ਦੇ। ਸੋ ਇਸ ਲਈ ਇਹ ਵੱਡਾ ਸਵਾਲ ਖੜਾ ਕਿ ਜਿਹੜੇ 9 ਐਮਐਲਏ ਨੇ ਉਹ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਨੇ, ਕਿਸੇ 3, ਕਿਸੇ 2, ਕਿਸੇ 1। ਸੋ ਇਸ ਲਈ ਇੱਥੇ ਅਕਾਲੀ ਦਲ ਨੂੰ ਲੱਗਦਾ ਕਿ ਸ਼ਾਇਦ ਸਾਡੀ ਦਾਅ ਲੱਗ ਸਕਦਾ ਹੈ। ਤੇ ਸਾਡੇ ਕੋਲ ਇੱਕ ਇਹੋ ਜਿਹਾ ਬੰਦਾ ਵੀ ਹੈਗਾ ਜਿਹੜਾ ਬਸਪਾ 'ਚ ਵੀ ਤਕੜੀ ਪੈਂਟ ਰੱਖਦਾ ਹੈ, ਬਸਪਾ ਦੀ ਵੋਟ ਬੈਂਕ 'ਚ ਵੀ ਤਕੜੀ ਪੈਂਟ ਰੱਖਦਾ, ਬਸਪਾ ਤੋਂ ਹੀ ਆਇਆ ਤੇ ਅੱਜ ਬਸਪਾ ਨਾਲ ਗੱਠਜੋੜ ਹੈ, ਤੇ ਸਾਡਾ ਭਰੋਸੇਯੋਗ ਵੀ ਹੈ। ਪਹਿਲਾਂ ਵੀ ਅਸੀਂ ਉਹਨੂੰ ਲੜਾਇਆ ਹੋਇਆ, ਤੇ ਉਹ ਪਹਿਲਾਂ ਐਮਐਲਏ ਵੀ ਰਿਹਾ, ਪਵਨ ਕੁਮਾਰ ਟੀਨੂ। ਸੁਖਬੀਰ ਸਿੰਘ ਬਾਦਲ ਦੀ ਪਹਿਲੀ ਪਸੰਦ ਪਵਨ ਕੁਮਾਰ ਟੀਨੂ ਹੈ, ਤੇ ਸੁਖਬੀਰ ਬਾਦਲ ਚਾਹੁੰਦੇ ਨੇ ਕਿ ਪਵਨ ਕੁਮਾਰ ਟੀਨੂ ਲੜੇ। ਪਰ ਅਕਾਲੀ ਦਲ ਦੇ ਅੰਦਰ ਹੀ ਇੱਕ ਧੜਾ, ਇੱਕ ਧਿਰ ਸਰਵਣ ਸਿੰਘ ਫਲੋਰ ਦੇ ਉੱਤੇ ਮਤਲਬ ਨਜ਼ਰਸਾਨੀ ਰੱਖ ਰਹੀ ਹੈ ਕਿ ਸਰਵਣ ਸਿੰਘ ਫਲੋਰ ਹੋਰੀ, ਉਹਨਾਂ ਦਾ ਪਰਿਵਾਰ ਮਾਮਲਿਆਂ 'ਚ ਜਦੋਂ ਘਿਰਿਆ ਤੇ ਅਕਾਲੀ ਦਲ ਦਾ ਸਾਥ ਛੱਡਿਆ, ਅਕਾਲੀ ਦਲ 'ਚੋਂ ਬਾਹਰ ਆ ਗਏ, ਢੀਂਡਸਿਆਂ ਨਾਲ ਚਲੇ ਗਏ। ਤੇ ਪਰ ਅੱਜ ਫਿਰ ਉਹਨਾਂ ਦੇ ਨਾਮ ਦੀ ਚਰਚਾ ਹੈ ਕਿ ਉਹਨਾਂ ਨੂੰ ਵਾਪਸ ਲਿਆਓ, ਉਹਨਾਂ ਨੂੰ ਟਿਕਟ ਦਿਓ, ਕਿਉਂਕਿ ਆਪਾਂ ਨੂੰ ਦਸਤਾਰਧਾਰੀ ਚਿਹਰਾ ਤਾਰਨਾ ਚਾਹੀਦਾ। ਇੱਧਰ ਹੁਣ ਸੁਖਬੀਰ ਬਾਦਲ ਚਾਹੁੰਦੇ ਨੇ ਪਵਨ ਟੀਨੂ ਨੂੰ ਤਾਰਾਂ, ਤਾਂ ਕਿ ਉਹ ਬਸਪਾ ਵਾਲਾ ਵੋਟ ਵੀ ਤੋੜ ਲਵੇ, ਬਸਪਾ 'ਚ ਵੀ ਉਹਦੀ ਪੈਠ ਹੈਗੀ ਤੇ ਸਾਡਾ ਭਰੋਸੇਯੋਗ ਹੈ। ਇੱਧਰ ਕੁਝ ਅਕਾਲੀ ਲੀਡਰ ਚਾਹੁੰਦੇ ਨੇ ਕਿ ਨਹੀਂ, ਆਪਾਂ ਸਰਵਣ ਸਿੰਘ ਫਲੋਰਾਂ ਨੂੰ ਵਾਪਸ ਵੀ ਲਿਆਈਏ, ਆਪਣਾ ਲੀਡਰ ਵੀ ਵਾਪਸ ਆ ਜਾਊਗਾ, ਆਪਾਂ ਨੂੰ ਚੋਣ ਲੜਾ ਲਈਏ। ਤੇ ਜਦੋਂ ਗੱਲ ਆਈ ਕਿ ਹਾਂ ਦਸਤਾਰਧਾਰੀ ਨੂੰ ਲੜਾਈਏ, ਫਿਰ ਅਗਲੇ ਕਹਿੰਦੇ ਬਸਪਾ ਵਾਲੇ ਬੰਦੇ ਨੂੰ ਲੜਾ ਲਓ। ਫਿਰ ਇਹ ਵੀ ਗੱਲ ਚੱਲ ਪਈ ਕਿ ਕੋਈ ਨਾ ਕਰੀਮ ਹੋਰਾਂ ਨੂੰ ਲੜਾ ਲਓ, ਪਹਿਲਾਂ ਕਰੀਮਪੁਰੀ ਪਹਿਲਾਂ ਵੀ ਪ੍ਰਧਾਨ ਵੀ ਰਹੇ ਨੇ, ਉਹਨਾਂ ਨੂੰ ਲੜਾ ਲਓ, ਜਾਂ ਮੌਜੂਦਾ ਪ੍ਰਧਾਨ ਨੇ ਬਸਪਾ ਦੇ ਗੜੀ ਹੋਰੀ ਜਸਵੀਰ ਸਿੰਘ ਗੜੀ, ਉਹਨਾਂ ਨੂੰ ਲੜਾ ਲਓ। ਸੋ ਉਹ ਵੀ ਨਾ ਚਰਚਾ 'ਚ ਨੇ। ਸੋ ਜਿਹੜਾ ਅਕਾਲੀ ਦਲ ਹਮੇਸ਼ਾ ਉਮੀਦਵਾਰ ਐਲਾਨਣ 'ਚ ਪਹਿਲ ਕਦਮੀ ਕਰਦਾ ਰਿਹਾ, ਜਿੱਤਣ 'ਚ ਹੋਵੇ ਨਾ ਹੋਵੇ, ਉਮੀਦਵਾਰ ਐਲਾਨਣ ਦੇ ਵਿੱਚ ਪਹਿਲ ਕਦਮੀ ਕਰਨ 'ਚ ਕਾਮਯਾਬ ਹੁੰਦਾ ਰਿਹਾ, ਕਿਉਂਕਿ ਆਪ ਐਲਾਨ ਕਰਨਾ ਹੁੰਦਾ ਸੀ ਸੁਖਬੀਰ ਬਾਦਲ ਨੇ। ਤੇ ਕੀ ਇਸ ਵਾਰ ਸੁਖਬੀਰ ਵੀ ਉਨੀ ਤਾਕਤ 'ਚ ਨਹੀਂ ਹੈਗੇ? ਪ੍ਰਧਾਨਗੀ ਬਚਾਉਣ ਦੇ ਬਾਵਜੂਦ, ਸਾਰੇ ਅਧਿਕਾਰ ਸੁਖਬੀਰ ਨੂੰ ਮਿਲਣ ਦੇ ਬਾਵਜੂਦ ਉਮੀਦਵਾਰ ਕਿਉਂ ਨਹੀਂ ਐਲਾਨ ਪਾ ਰਹੇ? ਕੀ ਅੰਦਰ ਉਹਨਾਂ ਨੂੰ ਕਿਸੇ ਵਿਰੋਧ ਦਾ ਡਰ ਖੜਾ, ਕੀ ਕਿਸੇ ਰੋਸ ਦਾ ਡਰ ਖੜਾ, ਜਾਂ ਉਹਨੂੰ ਲੱਗਦਾ ਕਿ ਕੋਈ ਉਮੀਦਵਾਰ ਲੜਨ ਲਈ ਤਿਆਰ ਨਹੀਂ? ਕਰਨ ਨੂੰ ਲੱਗਦਾ ਕਿ ਪਤਾ ਨਹੀਂ ਹਾਰ ਤਾਂ ਜਾਣਾ ਜੀ, ਕਾਹਨੂੰ ਸਾਡੇ ਨਾਂ ਤੇ ਇੱਕ ਹੋਰ ਹਾਰ ਪਾਉਂਦੇ ਹੋ? ਕੀ ਉਮੀਦਵਾਰ ਭੱਜ ਰਹੇ ਨੇ? ਸੋ ਇਸ ਲਈ ਅਕਾਲੀ ਦਲ
ਅੱਜ ਨਵੀਂ ਦੁਵਿਧਾ ਦੇ ਵਿੱਚ ਖੜਾ ਨਜ਼ਰ ਆ ਰਿਹਾ, ਉਹ ਵੀ ਆਪਣੀ ਉਮੀਦਵਾਰੀ ਨੂੰ ਲੈ ਕੇ ਅਜੇ ਫੈਸਲਾ ਨਹੀਂ ਲੈ ਪਾ ਰਿਹਾ ਜੀ। ਬਿਲਕੁਲ ਜੀ, ਕਿੱਥੇ ਤਾਂ 2-2 ਉਮੀਦਵਾਰ ਹੁੰਦੇ ਸੀਗੇ, ਉਮੀਦਵਾਰ ਤਾਂ ਲੜਦੇ ਸੀਗੇ ਵੀ ਅਸੀਂ ਖੜੇ ਹੋਣਾ ਹੈ। ਤੇ ਅੱਗੇ ਗੱਲ ਅਖੀਰ ਦੇ ਵਿੱਚ ਕਰਦੇ ਹਾਂ ਏਐਸਆਈ ਦੀ। ਦੇਖੋ ਦੁਨੀਆ ਦੇ ਵਿੱਚ ਗੁੱਸਾ ਕਿੰਨਾ ਵੱਧ ਗਿਆ ਕਿ ਉਸਨੇ ਆਪਣੇ ਪਰਿਵਾਰ ਦੀ ਜਾਨ ਲੈ ਕੇ ਆਪ ਵੀ ਖੁਦਕੁਸ਼ੀ ਕਰ ਲਈ। ਬਿਲਕੁਲ ਜੀ, ਇਹ ਬੜੀ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਮਤਲਬ ਕਿ ਗੁਰਦਾਸਪੁਰ ਦੇ ਪਿੰਡ ਦੇ ਵਿੱਚੋਂ ਇੱਕ ਪਿੰਡ ਦੇ ਵਿੱਚ ਬੰਦਾ ਆਪਣੀ ਸਰਕਾਰੀ ਮਤਲਬ ਗਨ ਲੈ ਕੇ ਪਹੁੰਚਦਾ ਹੈ। ਉਹ ਉਸ ਨਾਲ ਉਹ ਪਹਿਲਾਂ ਆਪਣੀ ਧਰਮ ਪਤਨੀ ਹੈ ਨਾ, ਫਿਰ ਆਪਣੇ ਪੁੱਤਰ ਨੂੰ, ਫਿਰ ਆਪਣੇ ਪਾਲਤੂ ਕੁੱਤੇ ਨੂੰ ਹੈ ਨਾ, ਫਿਰ ਉਹਨਾਂ ਨੂੰ ਮਾਰ ਕੇ ਉਹਨਾਂ ਦੀ ਜਾਨ ਲੈ ਕੇ ਉੱਥੋਂ ਭੱਜਦਾ ਬਟਾਲੇ ਕੰਨੀ ਨੂੰ। ਤੇ ਬਟਾਲੇ ਜਾਣ ਤੋਂ ਪਹਿਲਾਂ ਇੱਕ ਬੀਬੀ ਜਿਹੜੀ ਗਵਾਂਢਣ ਦੇਖ ਲੈਂਦੀ ਹੈ ਸਾਰੇ ਕਾਰੇ ਨੂੰ, ਉਹਨੂੰ ਵੀ ਅਗਵਾ ਕਰਕੇ ਲੈ ਜਾਂਦਾ। ਚਲੋ ਪੁਲਿਸ ਦੇ ਵੱਡੀ ਮਸ਼ੱਕਤ ਤੋਂ ਬਾਅਦ ਉਹ ਬੀਬੀ ਤਾਂ ਛੁਡਾ ਲਈ, ਪਰ ਉਹ ਸਰੈਂਡਰ ਕਰਨ ਨੂੰ ਤਿਆਰ ਨਹੀਂ ਹੁੰਦਾ। ਉਹਦਾ ਇੱਕ ਮੁੰਡਾ 19 ਸਾਲ ਦਾ ਮੁੰਡਾ ਬਾਹਰਲੇ ਦੇਸ਼ ਗਿਆ ਪਿਛਲੇ ਸਾਲੇ, ਇਹ 18 ਸਾਲ ਦਾ ਮੁੰਡਾ ਸੀ ਜਿਹਦੀ ਜਾਨ ਲਈ ਹੈ। ਸੋ ਉਹ ਉਸ ਮੁੰਡੇ ਨਾਲ ਉਹਦੀ ਗੱਲ ਕਰਾਈ ਜਾਂਦੀ ਹੈ, ਉਹਦੇ ਰਾਹੀਂ ਉਹਨੂੰ ਮਨਾਉਣ ਦੀ ਕੋਸ਼ਿਸ਼ ਹੁੰਦੀ ਹੈ। ਉਹਨੂੰ ਤਾਂ ਦੱਸਦਾ ਕਿ ਮੈਂ ਸਾਰਾ ਟੱਬਰ ਮਾਰਤਾ, ਤੇ ਫਿਰ ਪੁਲਿਸ ਦੇ ਉੱਤੇ ਮਤਲਬ ਕਿ ਜ਼ੋਰ ਮਾਰਦਾ ਕਿ ਮੈਨੂੰ ਮੇਰੀ ਕਾਰਵਾਈ ਲੈ ਕੇ ਨਾ ਵਾਪਸ ਆਪਣੇ ਘਰੇ ਗੁਰਦਾਸਪੁਰ ਜਾਣ ਦਿਓ। ਸੋ ਇੱਕ ਵਾਰ ਮੈਂ ਉਹ ਫਿਰ ਲੈ ਕੇ ਆਣੇ, ਪਰ ਉਹ ਪੁਲਿਸ ਨੂੰ ਡਰ ਲੱਗਦਾ ਕਿ ਜੇ ਉਹ ਬਾਹਰ ਉਸੇ ਨੂੰ ਲੈ ਕੇ ਆ ਗਿਆ ਤਾਂ ਫਿਰ ਨਾ ਕਿਤੇ ਫਾਇਰ ਕਰ ਦੇਵੇ। ਪਰ ਜਦੋਂ ਨਹੀਂ ਉਹ ਮੰਨਦਾ ਤਾਂ ਉਹ ਆਪ ਹੀ ਫਿਰ ਉਸੇ ਗੋਲੀਆਂ ਨਾਲ ਆਪ ਵੀ ਆਪਣੀ ਖੁਦਕੁਸ਼ੀ, ਆਪਣੀ ਜਾਨ ਲੈ ਲੈਂਦਾ, ਖੁਦਕੁਸ਼ੀ ਕਰ ਲੈਂਦਾ। ਸੋ ਇਹ ਸਾਰਾ ਵਰਤਾਰਾ 2-3 ਪਹਿਲੂਆਂ ਤੇ ਗੌਰ ਕਰਨ ਦੀ ਧਿਆਨ ਮੰਗਦਾ। ਇੱਕ ਤਾਂ ਇਹ ਕਿ ਪੁਲਿਸ ਵਾਲਿਆਂ ਦੀ ਸਥਿਤੀ ਕਿਹੋ ਜਿਹੀ ਹੈ, ਕਿ ਸੱਚਮੁੱਚ ਅੱਜ ਪੁਲਿਸ ਮਾਨਸਿਕ ਰੋਗੀ ਹੈ, ਕਿ ਇਹ ਘਰੇਲੂ ਝਗੜਾ ਸੀ, ਕੋਈ ਇਹ ਨਿੱਜੀ ਝਗੜਾ ਸੀ, ਕੋਈ ਕਿਸੇ ਤਰ੍ਹਾਂ ਦਾ ਕੋਈ ਸ਼ੰਕਾ ਸ਼ੋਭੇ ਵਾਲਾ ਮਸਲਾ ਸੀ, ਜਾਂ ਪੁਲਿਸ ਜਿਸ ਮਾਨਸਿਕ ਸਥਿਤੀ ਚੋਂ ਲੰਘ ਰਹੀ ਹੈ 12-12 ਘੰਟੇ 16-16 ਘੰਟੇ ਬੂਟ ਪਾਈ ਰੱਖਣੇ, ਪੱਗ ਬੰਨੀ ਰੱਖਣੀ, ਪੈਂਟ ਬੈਲਟ ਬੰਨੀ ਰੱਖਣੀ ਹੈ ਨਾ, ਸੜਕਾਂ ਤੇ ਖੜੇ ਰਹਿਣਾ, ਸੌਣ ਲਈ ਪੂਰਾ ਸਮਾਂ ਨਹੀਂ, ਖਾਣ ਨਹਾਉਣ ਲਈ ਪੂਰਾ ਸਮਾਂ ਨਹੀਂ, ਚਮੜੀ ਦੇ ਰੋਗ, ਸਰੀਰ ਦੇ ਰੋਗ, ਟੀਬੀ, BP ਹੈ ਨਾ, ਫਿਰ ਉਹਦੇ ਉੱਪਰ ਦੀ ਆਹ ਸਾਰੇ ਮਤਲਬ ਕਿ ਮਾਨਸਿਕ ਰੋਗ। ਸੋ ਇਹ ਸਾਰਿਆਂ ਦੀ ਸਭ ਤੋਂ ਵੱਧ ਗਿਣਤੀ ਪੁਲਿਸ 'ਚ ਪਾਈ ਜਾ ਰਹੀ ਹੈ ਕਿ ਉਹਦੇ ਵਿੱਚੋਂ ਇਹ ਘਟਨਾਵਾਂ ਜਨਮ ਰਹੀਆਂ। ਪਹਿਲਾਂ ਵੀ ਅਜਿਹੀਆਂ ਘਟਨਾਵਾਂ ਸਾਹਮਣੇ, ਕੀ ਉਹਦਾ ਕਾਰਨ ਇਹ ਹੈ ਜਾਂ ਘਰੇਲੂ ਕਾਰਨ? ਤੁਸੀਂ ਚਾਹੇ ਹੁਣ ਇਹ ਮਾਨਸਿਕ ਰੋਗ ਦਾ ਕਾਰਨ ਹੈ, ਚਾਹੇ ਘਰੇਲੂ ਕਾਰਨ, ਪਰ ਬੰਦੇ ਦੀ ਜਿਹਨੇ ਜਾਨ ਲਈ ASI ਦੀ, ਉਹ ਕਿਹੇ ਜੀ ਦਰਿੰਦਗੀ ਤੱਕ ਆ ਗਿਆ। ਹੁਣ ਇਹਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ, ਲਓ 42 ਸਾਲਾ ਉਹਦੀ ਧਰਮ ਪਤਨੀ ਸੀ ਹੈ ਨਾ, ਬਲਜੀਤ ਕੌਰ 42 ਸਾਲਾ, 3 ਗੋਲੀਆਂ ਮਾਰੀਆਂ ਉਹਨੂੰ। ਜਵਾਨ ਪੁੱਤ 18 ਸਾਲਾਂ ਦਾ ਬਲਪ੍ਰੀਤ ਸਿੰਘ, 6 ਗੋਲੀਆਂ ਮਾਰੀਆਂ ਆਪਣੇ ਪੁੱਤ ਨੂੰ। ਤੇ ਉਹ ਬੇਜਵਾਨ ਪਾਲਤੂ ਕੁੱਤਾ 2 ਗੋਲੀਆਂ ਉਹਨੂੰ ਮਾਰੀਆਂ। ਮਤਲਬ ਆਪਣੀ ਧਰਮ ਪਤਨੀ ਦੇ ਸਰੀਰ ਦੇ ਵਿੱਚ 3 ਗੋਲੀਆਂ, ਜਵਾਨ ਪੁੱਤ ਮਤਲਬ ਜਿਹੜਾ ਪਾਲ ਪੋਸ ਕੇ 18 ਸਾਲ ਦਾ ਮਤਲਬ ਪੁੱਤ ਦੇ 6 ਗੋਲੀਆਂ ਸੀਨੇ ਚ ਤਾਰ ਦੇਣੀਆਂ, ਤੇ ਪਾਲਤੂ ਕੁੱਤੇ ਦੇ 2 ਗੋਲੀਆਂ ਮਾਰ ਕੇ ਜਾਨ ਲੈਣੀ। ਕਹੀ ਜੀ ਮਾਨਸਿਕ ਸਥਿਤੀ ਹੋਣੀ। ਤੇ ਫਿਰ ਆਪਣੇ ਵੀ 2-3 ਗੋਲੀਆਂ ਮਾਰੀ। ਸੋ ਇਹ ਇੱਕ ਨਵਾਂ ਪਹਿਲੂ ਹੈ, ਇਸ ਉੱਤੇ ਗੌਰ ਕਰਨ ਦੀ ਲੋੜ। ਮੈਨੂੰ ਲੱਗਦਾ ਕਿ ਜਿਹੜੇ ਇਹ ਕਹਿੰਦੇ ਆ ਨਾ ਅਸੀਂ ਯੋਗ ਦੇਸ਼ ਬਣਾ ਲਿਆ ਜੀ, ਅਸੀਂ ਹੁਣ ਯੋਗਾ ਕੈਂਪ ਲਾਉਂਦੇ ਆ ਜੀ, ਆਹ ਦੇਖੋ ਜੀ ਪ੍ਰਧਾਨ ਮੰਤਰੀ ਜੀ ਯੋਗ ਕਰ ਰਹੇ ਨੇ, ਇੱਥੇ ਲੋੜ ਹੈ। ਉਹ ਡਰਾਮਿਆਂ ਦੀ ਲੋੜ ਨਹੀਂ, ਉਹ ਮੈਟ ਜੇ ਤੇ ਪਾ ਕੇ ਫੋਟੋਆਂ ਖਿਚਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾਉਣ ਦੀ ਲੋੜ ਨਹੀਂ। ਹਕੀਕਤ 'ਚ ਇਹਨਾਂ ਲੋਕਾਂ ਨੂੰ ਰਾਹਤ ਦੇਣ ਦੀ ਲੋੜ ਹੈ, ਪਰਿਵਾਰ ਨਾਲ ਵੀ, ਸਮਾਜ ਨਾਲ ਵੀ, ਜਿਹੜੇ ਵੀ ਨੌਕਰੀ ਪੇਸ਼ੇ ਦੇ ਵਿੱਚ। ਅੱਜ ਕੱਲ੍ਹ ਕੰਪਨੀਆਂ ਤੁਸੀਂ ਦੇਖਿਓ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਨਾ, ਉਹ 'ਚ ਨਿਆਣੇ ਕੰਮ ਕਰਦੇ ਨੇ, ਉਹ ਕੰਮ ਪੂਰਾ ਨਿਚੋੜ ਕੇ ਲੈਂਦੀਆਂ ਨੇ, ਪਰ ਸ਼ੋਸ਼ੇਬਾਜ਼ੀ ਨੂੰ ਉੱਥੇ ਉਹਨਾਂ ਨੇ 4 ਗੇਮਾਂ ਜਿਹੀਆਂ ਰੱਖੀਆਂ ਹੋਣਗੀਆਂ, ਮੇਜ਼ ਜਿਹਾ ਰੱਖਿਆ ਹੋਊਗਾ, ਖਾਣ ਪੀਣ ਦਾ ਸਮਾਨ ਜਾਂ ਖੁੱਲ੍ਹਾ ਰੱਖਿਆ ਹੋਊਗਾ, ਤਾਂ ਕਿ ਬੰਦੇ ਨੂੰ ਐ ਲੱਗੇ ਕਿ ਜਦੋਂ ਮਰਜ਼ੀ ਉੱਠ ਕੇ ਖਾ ਲਓ, ਜਦੋਂ ਮਰਜ਼ੀ ਚੱਲ ਜਾਓ। ਪਰ ਇੱਥੇ ਹਾਲਤ ਇਹਦੇ ਨਾਲੋਂ ਵੀ ਬੱਤਰ ਬਣੀ ਹੋਈ ਹੈ ਥਾਣਿਆਂ 'ਚ। ਨਾ ਉਹਨਾਂ ਕੋਲ ਸਮਾਨ ਪੂਰਾ, ਨਾ ਸਾਧਨ ਪੂਰਾ, ਉਲਟਾ ਡਿਊਟੀਆਂ ਪਤਾ ਨਹੀਂ ਅੱਧੀ ਰਾਤ ਜਦੋਂ ਦਿਨ ਤਿਉਹਾਰ ਕੁਛ ਹੋਵੇ ਤਾਂ ਵੀ ਪੁਲਿਸ ਸੜਕਾਂ ਦੇ ਉੱਤੇ, ਜਦੋਂ ਕਿਸੇ VIP ਨੇ ਲੰਘਣਾ ਹੈਲੀਕਾਪਟਰ ਜਹਾਜ਼ ਰਾਹੀਂ ਹੋਵੇ ਤਾਂ ਵੀ ਪੁਲਿਸ ਸੜਕਾਂ ਦੇ ਉੱਤੇ। ਨਾ ਰੋਟੀ ਦਾ ਸਮਾਂ, ਨਾ ਸੌਣ ਦਾ ਸਮਾਂ, ਨਾ ਖਾਣ ਦਾ ਸਮਾਂ। ਤੇ ਫਿਰ ਲੋਕਾਂ ਵੱਲੋਂ ਵੀ ਫਿਰ ਉਹ ਅੰਦਰ ਇੱਕ ਨਵੀਂ ਇੱਕ ਬਿਰਤੀ ਪੈਦਾ ਹੋਈ ਹੈ ਕਿ ਹਾਂ ਜਿੱਥੋਂ ਮੌਕਾ ਮਿਲਦਾ ਜੇਬ ਕੱਟ ਲਓ ਲੋਕਾਂ ਦੀ। ਸੋ ਕਈ ਵਾਰ ਉਹ ਵੀ ਕਾਰਨ ਬਣਦਾ ਕਿ ਅੱਜ ਵਸੂਲੀ ਘੱਟ ਹੋਈ, ਅੱਜ ਖਰਚਾ ਉੱਪਰਲਾ ਘੱਟ ਨਿਕਲਿਆ। ਸੋ ਕਿੰਨੇ ਹੀ ਕਾਰਨ ਹੋਣਗੇ। ਫਿਰ ਜਦੋਂ ਬੇਲੋੜਾ ਪੈਸਾ ਆਉਂਦਾ ਹੈ ਤਾਂ ਘਰ 'ਚ ਕਈ ਵਾਰ ਡਿਮਾਂਡ ਵੱਧ ਜਾਂਦੀ ਹੈ ਕਿ ਹੁਣ ਆਹ ਵੀ ਲੈ ਦਿਓ, ਆਹ ਵੀ ਲੈ ਦਿਓ, ਤੁਸੀਂ ਤਾਂ ਉੱਪਰੋਂ ਹੀ ਬਣਾਉਣਾ ਹੈ। ਤੇ ਕਈ ਵਾਰ ਬੰਦਾ ਉਹ ਡਿਮਾਂਡਾਂ ਪੂਰੀਆਂ ਕਰਦਾ, ਨਵੇਂ ਰੋਗਾਂ ਦਾ ਸ਼ਿਕਾਰ ਹੁੰਦਾ। ਸੋ ਇਹ ਕਿੰਨੇ ਪਹਿਲੂ ਹੋਣਗੇ, ਉਹਨਾਂ ਸਾਰਿਆਂ 'ਚੋਂ ਇਸ ਘਟਨਾ ਨੂੰ ਜਨਮ ਹੋਇਆ। ਸੋ ਇਸ ਲਈ ਇਸ ਘਟਨਾ ਨੂੰ ਸਿਰਫ ਇੱਕ ASI ਵੱਲੋਂ ਆਪਣੀ ਧਰਮ ਪਤਨੀ, ਪੁੱਤ ਔਰ ਕੁੱਤੇ ਨੂੰ ਤੇ ਖੁਦ ਦੀ
ਜਾਨ ਲੈਣ ਦੀ ਘਟਨਾ ਵਜੋਂ ਦੇਖਣ ਦੀ ਲੋੜ ਨਹੀਂ। ਇਸ ਘਟਨਾ ਨੂੰ ਪੂਰੇ ਫਰੇਮ 'ਚ ਰੱਖ ਕੇ ਪੁਲਿਸ ਦਾ, ਸਰਕਾਰੀ ਮੁਲਾਜ਼ਮਾਂ ਦਾ, ਖਾਸ ਕਰ ਅਜਿਹੇ ਅਦਾਰਿਆਂ ਦਾ, ਚਾਹੇ ਉਹ ਡਰਾਈਵਰ ਕੰਡਕਟਰ ਵਾਲੇ ਹੋਣ, ਚਾਹੇ ਉਹ ਪੁਲਿਸ ਵਾਲੇ ਹੋਣ, ਚਾਹੇ ਉਹ ਡਾਕਟਰੀ ਪੇਸ਼ੇ ਨਾਲ ਹੋਣ, ਜਿਹੜੇ ਲਗਾਤਾਰਤਾ ਵਾਲੇ ਵਿਭਾਗ ਨੇ, ਜਿਹ 'ਚ ਆਰਾਮ ਨਹੀਂ ਹੈਗਾ, ਛੁੱਟੀ ਨਹੀਂ ਹੈਗੀ, ਪੂਰੀ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਸਕੂਨ ਨਹੀਂ ਹੈਗਾ, ਉਹੋ ਜਿਹੇ ਵਿਭਾਗਾਂ ਬਾਰੇ ਸਰਕਾਰ ਦੁਬਾਰਾ ਸੋਚੇ, ਉਹਨਾਂ ਲਈ ਕੋਈ ਪ੍ਰੋਗਰਾਮ ਤਿਆਰ ਕਰੇ। ਇਸ ਸਮੁੱਚੇ ਵਰਤਾਰੇ ਨੂੰ ਸੁਧਾਰਨ ਦੀ ਲੋੜ ਹੈ। ਬਿਲਕੁਲ ਜੀ, ਬਹੁਤ ਫਿਕਰ ਵਾਲੀ ਗੱਲ ਆ। ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ। ਬਹੁਤ ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਸਾਡੇ ਨਾਲ ਜੁੜੇ ਦੀਪਕ ਸ਼ਰਮਾ ਜੀ। ਇਸੇ ਦੇ ਨਾਲ ਸਾਡੇ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।